सेवक सिख पूजन सब आवे, सब आवे, सब गावे हर हर उत्तम बाणी। सब गावे गावे सब गावे हर हर उत्तम बाणी। गाविया सुनिया गाविया सुनिया तिनका हर थाए पावे, जिन सतगुर की आज्ञा सत सत करमानी। समा सीमित है, यही शब्द पढ़ के उपरंत कीर्तन की समाप्ति है। शब्द पढ़ते हाँ अमृत बाणी हर हर तेरी सुन सुन होवै परम गत मेरी। सारे रल मिल के गायन करिए जी। उपरंत कीर्तन की समाप्ति है। जलन बुझी शीतल होए मनुआ, जलन बुझी शीतल होए मनुआ, जलन बुझी शीतल होए मनुआ, जलन बुझी शीतल होए मनुआ। सतगुर का दर्शन पाए जियो, सतगुर का दर्शन पाए जियो। अमृत बाणी हर हर तेरी, अमृत बानी हर हर तेरी, अमृत बानी। सुन सुन हो परम गत मेरी, सुन सुन हो परम गत मेरी। अमृत बाणी हर हर तेरी, अमृत बानी। सुख पया दुख दूर पराना, सुख पया करो कृपा दुख दूर पराना। वाहिगुरु सुख पया दुख दूर पराना, सुख पया दुख दूर पराना। संत रसन हर नाम वखाना, संत रसन हर नाम वखाना। जल थल नीर परे सर सुभर, जल थल नीर परे सर सुभर। बिरथा कोई न जाए जियो, बिरथा कोई न जाए जियो। अमृत बाणी
ਵਾਹਿਗੁਰੂ 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 ਦਇਆ ਤਾਰੀ ਤਿਨ ਸਿਰਜਨਹਾਰੇ ਦਇਆਰੀ ਤਿਨ ਸਿਰਜਨਹਾਰੇ ਵਾਹਿਗੁਰੂ ਦਇਆ ਤਾਰੀ ਤਿਨ ਸਿਰਜਨਹਾਰੇ ਦਇਆ ਤਾਰੀ ਤਿਨ ਸਿਰਜਨਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਇਆਲਾ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਓ ਸਗਲੇ ਤ੍ਰਿਪਤ ਅਗਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਵਾਹਿਗੁਰੂ 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 ਵਣ ਤ੍ਰਿਨ ਤ੍ਰਿਪਾਵਨ ਕੀਰਤਨ ਹਰਿਆ ਵਨ ਤ੍ਰਿਨ ਤ੍ਰਿਪਵਨ ਕੀਰਤਨ ਹਰਿਆ ਕਰਨਹਾਰ ਖਿਣ ਪੀਤਰ ਕਰਿਆ ਕਰਨਹਾਰ ਖਿਨ ਪੀਤਰ ਕਰਿਆ ਵਨ ਤ੍ਰਿਨ ਤ੍ਰਿਭਵਨ ਕੀਰਤਨ ਹਰਿਆ ਹਾਂ ਕਰਨਹਾਰ 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 ਖਿਨ ਪੀਤਰ ਕਰਿਆ ਵਣ ਤ੍ਰਿਣ ਤ੍ਰਿਪਾਵਨ ਕੀਰਤਨ ਹਰਿਆ ਵਣ ਤ੍ਰਿਣ ਤ੍ਰਿਪਾਵਨ ਕੀਰਤਨ ਹਰਿਆ ਕਰਨਹਾਰ ਖਿਣ ਪੀਤਰ ਕਰਿਆ ਕਰਨਹਾਰ ਖਿਣ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਆਰਾਧੀ ਗੁਰਮੁਖ ਨਾਨਕ ਤਿਸੈ ਆਰਾਧੀ ਮਨ ਕੀ ਆਸ ਪੁਜਾਏ ਜੀਓ ਮਨ ਕੀ ਆਸ ਪੁਜਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ
ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਆਪ ਸਮੁੱਚੀਆਂ ਸੰਗਤਾਂ ਨੂੰ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰ ਰਹਿਮਤ ਕਰਨ, ਕਿਰਪਾ ਕਰਨ। ਜਿਹੜਾ ਸਮਾਂ ਜ਼ਿੰਦਗੀ ਦਾ ਬਤੀਤ ਹੋ ਗਿਆ ਹੈ ਗੁਰੂ ਭਲੀ ਕਰੇ, ਪਰ ਜਿਹੜਾ ਰਹਿ ਗਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੀ ਜੀਵਨ ਦਾ ਆਧਾਰ ਬਣਾ ਕੇ ਰਹਿੰਦਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਬਤੀਤ ਕਰ ਸਕੀਏ। ਬਸ ਇੱਕੋ ਹੀ ਬੇਨਤੀ ਹੈ ਕਿ ਅਗਰ ਸਾਡਾ ਗੁਰੂ ਇੱਕ ਹੈ, ਸਾਰੇ ਹੀ ਅਸੀਂ ਮਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾਉਂਦੇ ਹਾਂ, ਤੇ ਫਿਰ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਈਏ, ਇੱਕ ਸਿਧਾਂਤ ਥੱਲੇ ਸਾਰੇ ਇਕੱਤਰ ਹੋ ਜਾਈਏ, ਮਨ ਦੀਆਂ ਦੁਬਿਧਾਵਾਂ ਦੂਰ ਕਰਕੇ ਸਾਰੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਟੀਚੇ ਨੂੰ ਪ੍ਰਚਾਰਨ ਦਾ ਯਤਨ ਕਰ ਸਕੀਏ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਇਕਾਗਰਤਾ ਪਿਆਰ ਦੇ ਨਾਲ ਬੈਠ ਕੇ ਸਾਹਿਬ ਦੀ ਬਾਣੀ ਨੂੰ ਗਾਇਆ ਹੈ, ਪੜ੍ਹਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸਾਰ ਰਸਨਾ ਧਨ ਧਨ ਹੈ, ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ। ਕੇਰੇ ਰਾਮ ਉਸ ਰਸਨਾ ਨੂੰ ਪਵਿੱਤਰ ਕਿਹਾ ਹੈ ਸਤਿਗੁਰੂ ਜੀ ਨੇ, ਜਿਹੜੀ ਉਸ ਮਾਲਕ ਨੂੰ ਚੇਤੇ ਕਰਦੀ ਹੈ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਦੇ ਕੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਏ ਹਨ। ਸਮੁੱਚੇ ਪ੍ਰਬੰਧਕ ਕਮੇਟੀ ਦਾ ਧੰਨਵਾਦ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਗੋਦ ਦੇ ਅੰਦਰ ਬੈਠ ਕੇ ਕੀਰਤਨ ਕਰਨ ਦਾ ਸੁਭਾਗ ਦਾ ਆਸਰੇ ਦੀ ਝੋਲੀ ਵਿੱਚ ਬਖਸ਼ਿਸ਼ ਕੀਤਾ ਹੈ। ਮੈਂ ਇੱਕ ਬਾਣੀ ਚੈਨਲ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਚਾਹਾਂਗਾ, ਕਿਉਂਕਿ ਬਹੁਤ ਵੱਡੀ ਸੇਵਾ ਹੈ, ਔਰ ਸਭ ਤੋਂ ਵੱਡੀ ਸੇਵਾ ਇਸ ਲਈ ਹੈ, ਬਹੁਤ ਸਾਰੇ ਪੰਜਾਬੀ ਤੁਸੀਂ ਜਿਹੜੇ ਚੈਨਲ ਹਨ ਉਹ ਟੀਵੀ 'ਚ ਵੇਖਦੇ ਹੋ, ਪਰ ਇਹ ਚੈਨਲ ਉਹ ਚੈਨਲ ਹੈ ਜਿਹੜਾ ਨਾਨ ਕਮਰਸ਼ੀਅਲ ਚੈਨਲ ਹੈ। ਇਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਲਾਲਚ ਨਹੀਂ, ਫ੍ਰੀ ਸੇਵਾ। ਜਿੱਥੇ ਵੀ ਇਹਨਾਂ ਨੂੰ ਕੋਈ ਗੁਰਮੁਖ ਪਿਆਰਾ ਆਵਾਜ਼ ਮਾਰਦਾ ਹੈ ਤਤਪਰ ਰਹਿੰਦੇ ਹਨ। ਸੋ ਮੈਂ ਨੌਜਵਾਨ ਵੀਰਾਂ ਨੂੰ, ਮਾਤਾਵਾਂ ਭੈਣਾਂ ਨੂੰ, ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅਗਰ ਇਹ ਬਿਲਕੁਲ ਜਿੱਥੇ ਵੀ ਜਿੰਨੇ ਸਮਾਗਮ ਤੁਸੀਂ ਲਾਈਵ ਵੇਖਦੇ ਹੋ, ਅੱਜ 2-2.5 ਸਾਲ ਹੋ ਚੱਲੇ ਹਨ ਇਹਨਾਂ ਨੂੰ, ਪਰ ਇਹਨਾਂ ਦਾ ਇੱਕੋ ਜਿਹੜਾ ਪਹਿਲਾ ਹੀ ਇਹਨਾਂ ਦਾ ਰੂਲ ਹੈ ਕਿ ਇਹਨਾਂ ਨੇ ਨਾ ਕੋਈ ਐਡ ਦੇਣੀ ਹੈ, ਨਾ ਕੋਈ ਪੈਸਾ ਲੈਣਾ ਹੈ, ਬਲਕਿ ਆਪਣੀ ਮਿਹਨਤ ਦੇ ਨਾਲ। ਇਹ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ, ਜੰਮੂ ਕਸ਼ਮੀਰ ਦੇ ਸਿੱਖਾਂ ਵਾਸਤੇ ਗੱਲ ਹੈ ਕਿ ਕਿੰਨੀਆਂ ਸੰਗਤਾਂ ਅੱਜ ਘਰ ਬੈਠ ਕੇ ਆਨੰਦ ਮਾਣ ਰਹੀਆਂ ਹੋਣਗੀਆਂ। ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਫੇਸਬੁੱਕ 'ਤੇ ਇੱਕ ਬਾਣੀ ਚੈਨਲ ਪੇਜ ਖੋਲ੍ਹ ਕੇ ਉਸ ਨੂੰ ਜ਼ਰੂਰ ਲਾਈਕ ਕਰੋ, ਤਾਂ ਕਿ ਵੱਧ ਤੋਂ ਵੱਧ ਇਸ ਚੈਨਲ ਦੀ ਜਿਹੜੀ ਵਿਊਅਰਸ਼ਿਪ ਵਧੇ। YouTube 'ਤੇ ਵੀ ਜਾ ਕੇ ਇੱਕ ਬਾਣੀ ਚੈਨਲ ਤੁਸੀਂ ਪਾਓਗੇ, ਉੱਥੇ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਕਿ ਇਹ ਚੈਨਲ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਜਿਹੜਾ ਸੈਟੇਲਾਈਟ ਚੈਨਲ ਹੋ ਸਕੇ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਦੀ ਸੰਗਤ ਵੈਸੇ ਹੀ ਬਹੁਤ ਪਿਆਰ ਵਾਲੀ ਬਹਿ ਕੇ ਕੀਰਤਨ ਸਰਵਣ ਕਰਦੀ ਹੈ। ਹੋਰ ਸੰਗਤਾਂ ਵੀ ਆਈਆਂ ਹਨ। ਚਾਹ ਤਾਂ ਇਹ ਹੁੰਦਾ ਹੈ ਕਿ 1 ਘੰਟਾ 1.5 ਘੰਟਾ ਕੀਰਤਨ ਕਰੀਏ, ਪਰ ਜਿਸ ਤਰ੍ਹਾਂ ਪ੍ਰਬੰਧਕਾਂ ਨੇ ਪ੍ਰੋਗਰਾਮ ਲਿਖੇ ਹਨ ਉਹਨਾਂ ਨੂੰ ਸਹਿਯੋਗ ਕਰਨਾ ਵੀ ਪ੍ਰਚਾਰਕ ਬੁਲਾਰੇ ਦਾ ਫਰਜ਼ ਹੈ। ਸਾਡੇ ਪਾਸ ਜਿਸ ਤਰ੍ਹਾਂ ਸਕੱਤਰ ਸਾਹਿਬ ਨੇ ਅੱਗੇ ਦੱਸਣਾ ਹੈ, ਮੈਂ ਆਪਣੇ ਵੱਲੋਂ ਗਿਆਨੀ ਬਲਦੇਵ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਹਨ ਪਾਤਸ਼ਾਹੀ 9ਵੀਂ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ, ਜਿਹੜੇ ਉੱਥੋਂ ਆਏ ਹਨ ਵਿਸ਼ੇਸ਼ ਕਰਕੇ ਜੰਮੂ ਦੀ ਸੰਗਤਾਂ ਦੇ ਦਰਸ਼ਨ ਕਰਨ ਲਈ, ਉਹਨਾਂ ਨੂੰ ਇੱਕ ਜੈਕਾਰੇ ਰਾਹੀਂ ਜੀ ਆਇਆਂ ਕਹਿੰਦੇ ਹਾਂ। ਉਪਰੰਤ ਆਪ ਜੀ ਤੋਂ ਖਿਮਾ ਲਵਾਂਗੇ ਜੀ। ਬੋਲੇ ਸੋ ਨਿਹਾਲ।
ਹੋਈਆਂ ਬਿਆਨਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਗੱਜ ਵੱਜ ਕੇ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ, ਜਿਨ੍ਹਾਂ ਪਾਸੋਂ ਆਪ ਜੀ ਨੇ ਕਰੀਬਨ 35 ਮਿੰਟ ਦੇ ਸਮੇਂ ਵਿੱਚ ਕੀਰਤਨ ਸਰਵਣ ਕੀਤਾ ਹੈ। ਆਪ ਜੀ ਦਾ ਸਟੇਜ ਵੱਲੋਂ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਜਦੋਂ ਵੀ ਆਪ ਜੀ ਨੂੰ ਅਸੀਂ ਯਾਦ ਕਰੀਏ ਜ਼ਰੂਰ ਸੇਵਾ ਨਿਭਾਉਂਦੇ ਨੇ। ਹੁਣ ਸਾਡੇ ਪਾਸ ਪਹੁੰਚੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਮੀ। ਉਹ ਸਾਡੇ ਪਾਸ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਉਹਨਾਂ ਦੀ ਸੇਵਾ 'ਚ ਬੇਨਤੀ ਹੈ ਉਹ ਸਟੇਜ ਤੇ ਆ ਜਾਣ। 9:50 ਤੱਕ 45 ਮਿੰਟ ਦੇ ਸਮੇਂ ਵਿੱਚ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਜੋ ਅੱਜ ਪਹਿਲਾ ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ 1604 ਨੂੰ ਕੀਤਾ ਗਿਆ ਸੀ, ਉਸ ਸੰਬੰਧ ਵਿੱਚ ਚਾਨਣਾ ਪਾਉਣਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ। ਆਪ ਸਾਰੀਆਂ ਸੰਗਤਾਂ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰਿ ਹਰਿ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਜੁਗ ਹੋ ਜੁਗ ਅਟਲ, ਛਤਰ ਚਵਰ ਤਖਤ ਦੇ ਮਾਲਕ। ਵਾਲੀਏ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ। ਸ਼ਬਦ ਗੁਰੂ ਸ਼ਬਦਾ ਅਵਤਾਰ, ਬਾਣੀ ਦੇ ਬੋਹਿਤ ਕਲਯੁਗ ਦੇ ਜਹਾਜ਼। ਖੇਵਟ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ। ਆਓ ਵਿਚਾਰਾਂ ਦੀ ਲੜੀ ਪ੍ਰਾਰੰਭ ਕਰਨ ਤੋਂ ਪਹਿਲਾਂ
ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸੀਸ ਝੁਕਾ ਕੇ ਰਸਨਾ ਦੀ ਸਾਂਝ ਬਣਾਉਂਦਿਆਂ ਇੱਕੋ ਵਾਰੀ ਕਹਿਣ 'ਤੇ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਐਸੇ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਵੀਰ ਜੰਮੂ ਦਾ ਮਾਣ ਭਾਈ ਜਗਤਾਰ ਸਿੰਘ ਜੀ ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਅਨੁਸਾਰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੁਆਰਾ ਜਿੱਥੇ ਨਿਹਾਲ ਕਰਕੇ ਗਏ ਨੇ, ਉਦੋਂ ਪਹਿਲਾਂ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿੱਖ ਜੰਮੂ ਮਿਸ਼ਨ, ਉਹਨਾਂ ਨੇ ਵੀ ਆਪ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰ ਦੀ ਸਾਂਝ ਪਾਈ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੀ ਸਤਿਗੁਰਾਂ ਨੇ ਪਹਿਲੀ ਬਾਣੀ ਪਹਿਲੀ ਵਾਰ ਕਿੱਥੇ ਉਚਾਰਨ ਕੀਤੀ। ਜਦੋਂ ਆਪਾਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀਏ, ਉਹਨਾਂ ਇਸ ਪ੍ਰਥਾਏ ਬੜਾ ਪਿਆਰਾ ਅੰਮ੍ਰਿਤਮਈ ਸ਼ਬਦ ਉਚਾਰਨ ਕੀਤਾ ਹੈ। ਪਹਿਲੇ ਬਾਬੇ ਪਾਇਆ ਬਖਸ਼ ਦਰ, ਪਿਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਬਾਬਾ ਪੈਂਦਾ ਸੱਚ ਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ 'ਤੇ ਮੂਲ ਮੰਤਰ ਉਚਾਰਨ ਕੀਤਾ। ਇੰਜ ਕਹਿ ਦਈਏ, ਆਪਾਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਬਚਨ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਗੁਰੂ ਨਾਨਕ ਸਾਹਿਬ ਨੂੰ ਕਿੱਥੇ ਆਗਿਆ ਹੋਈ? ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇੱਕ ਐਸਾ ਗ੍ਰੰਥ ਤੇ ਇੱਕ ਐਸਾ ਪੰਥ ਸਾਜਿਆ ਜਾਵੇ। ਆਪਾਂ ਇੱਥੋਂ ਤੱਕ ਵੀ ਬਚਨ ਪੜ੍ਹਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਸੰਸਾਰ ਦੇ ਉੱਤੇ ਬੜੇ ਧਾਰਮਿਕ ਰਹਿਬਰ ਆਏ, ਪਰ ਉਹ ਜਿੰਨੇ ਵੀ ਧਾਰਮਿਕ ਰਹਿਬਰ ਆਏ, ਉਹ ਜੇ ਕੋ ਹੋਤ ਭਇਓ ਜਗ ਸਿਆਨਾ। ਤਿੰਨ ਤਿੰਨ ਆਪਣੋ ਪੰਥ ਚਲਾਨਾ, ਸਭ ਆਪਣੀ ਆਪਣੀ ਉਰਝਾਨਾ। ਪਾਰ ਬ੍ਰਹਮ ਨਾ ਕਾਹੂ ਪਛਾਨਾ, ਪੇੜ ਪਾਤ ਆਪਨ ਤੇ ਜਲੈ। ਪ੍ਰਭ ਕੈ ਪੰਥ ਨਾ ਕਉ ਚੱਲੈ। ਉਹਨਾਂ ਕੇਵਲ ਤੇ ਕੇਵਲ ਸੰਸਾਰ ਤੇ ਆਪੋ ਆਪਣਾ ਨਾਮ ਜਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਦਿਨ ਵੇਈ ਪ੍ਰਵੇਸ਼ ਕਰਦੇ ਨੇ, ਪਰਮਾਤਮਾ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਨੇ 3 ਦਿਨ ਲਗਾਤਾਰ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤ ਘਾਟ ਬਣੇ, ਸਾਧ ਸੰਗਤ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ, ਉੱਥੇ ਸਤਿਗੁਰਾਂ ਨੇ ਪ੍ਰਵੇਸ਼ ਕੀਤਾ। ਤੇ ਚੜ੍ਹਦੇ ਪਾਸੇ ਨੂੰ ਇਸ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਸੰਤ ਘਾਟ ਬਣਿਆ, ਇੱਥੇ ਇਕਾਂਤ ਜਗ੍ਹਾ ਹੁੰਦੀ ਸੀ। ਇਕਾਂਤ, ਚਾਰੇ ਪਾਸੇ ਰੁੱਖਾਂ ਦੇ ਝੁੰਡ ਤੇ ਸ਼ਮਸ਼ਾਨ ਘਾਟ ਵਾਲਾ ਅਸਥਾਨ ਹੁੰਦਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਨਿਰੰਤਰ 3 ਦਿਨ ਪਰਮਾਤਮਾ ਦੇ ਨਾਲ ਸਮਾਧੀ ਲੀਨ ਸਥਿਤ ਹੋ ਕੇ ਬੈਠੇ ਹੀ ਰਹੇ। ਜਦੋਂ ਲੋਕਾਂ ਨੇ ਆ ਕੇ ਬੇਬੇ ਨਾਨਕੀ ਦੇ ਕੋਲ ਇਹ ਸਵਾਲ ਕੀਤਾ ਕਿ ਬੜਾ ਦੁੱਖ ਹੋਇਆ ਕਿ ਤੁਹਾਡਾ ਵੀਰ ਡੁੱਬ ਗਿਆ। ਸਿੱਖ ਇਤਿਹਾਸ ਦੇ ਅੰਦਰ
ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਹੈ ਬੇਬੇ ਨਾਨਕੀ ਜੀ। ਔਰ ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖ ਬਣਨ ਦਾ ਬੇਬੇ ਨਾਨਕੀ ਨੂੰ ਕਿਵੇਂ ਸੁਭਾਗ ਪ੍ਰਾਪਤ ਹੋਇਆ? ਕਿਉਂਕਿ ਪਹਿਲਾ ਦਿਨ ਲੰਘਿਆ, ਲੋਕਾਂ ਨੇ ਆ ਕੇ ਪਰਚਾਉਣੀ ਕੀਤੀ, ਬੜਾ ਦੁੱਖ ਹੋਇਆ ਕਿ ਤੇਰਾ ਵੀਰ ਡੁੱਬ ਗਏ। ਬੇਬੇ ਨਾਨਕੀ ਜੀ ਦਾ ਪਹਿਲੇ ਦਿਨ ਵੀ ਸੰਗਤ ਨੂੰ ਇੱਕੋ ਹੀ ਉੱਤਰ ਸੀ, ਦੂਸਰੇ ਦਿਨ ਵੀ ਉਹੀ ਉੱਤਰ ਤੇ ਤੀਸਰੇ ਦਿਨ ਵੀ ਇਹੀ ਉੱਤਰ। ਬੇਬੇ ਨਾਨਕੀ ਜੀ ਕਹਿੰਦੇ, ਦੁਨੀਆ ਦੇ ਲੋਕੋ, ਤੁਹਾਡਾ ਤੇ ਪਤਾ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਕੀ ਆਦਰਸ਼ ਹੋਵੇ, ਕੀ ਵਿਚਾਰ ਹੋਵੇ, ਪਰ ਮੇਰਾ ਮਨ ਕਹਿੰਦਾ ਹੈ ਕਿ ਜਿਹੜਾ ਦੁਨੀਆ ਤੇ ਡੁੱਬਿਆਂ ਨੂੰ ਤਾਰਨ ਆਇਆ ਹੋਵੇ ਨਾ, ਉਹ ਆਪ ਕਦੀ ਨਹੀਂ ਡੁੱਬ ਸਕਦਾ। ਭਾਈ ਗੁਰਦਾਸ ਦੇ ਬਚਨ ਪੜ੍ਹਦੇ ਆ, ਕੱਲ ਤਾਰਨ ਗੁਰੂ ਨਾਨਕ ਆਇਆ। ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਜਦੋਂ ਮੂਲ ਮੰਤਰ ਉਚਾਰਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਕਹਿੰਦੇ ਨਵਾਬ ਦੌਲਤ ਖਾਂ ਖੁਦ ਚੱਲ ਕੇ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਫਰਿਆਦ ਕਰਦਾ, ਕਹਿੰਦਾ ਦਾਤਾ ਫੇਰ ਕੀ ਹੋਇਆ ਜੇ ਤੁਸੀਂ 3 ਦਿਨ ਆਪਣੀ ਨੌਕਰੀ ਤੇ ਨਹੀਂ ਪਹੁੰਚੇ, ਅੱਜ ਫਿਰ ਆ ਕੇ ਮੋਦੀਖਾਨਾ ਸੰਭਾਲਣਾ ਕਰੋ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਉੱਤਰ ਦਿੱਤਾ ਨਵਾਬ ਦੌਲਤ ਖਾਂ ਨੂੰ। ਕਹਿਣ ਲੱਗੇ, ਨਵਾਬ ਦੌਲਤ ਖਾਂ ਜੀ, ਹੁਣ ਨੌਕਰੀ ਤੇ ਕਰਾਂਗੇ, ਚਾਕਰੀ ਤੇ ਕਰਾਂਗੇ, ਪਰ ਹੁਣ ਅੱਜ ਤੋਂ ਬਾਅਦ ਤੇਰੀ ਨਹੀਂ, ਹੁਣ ਖੁਦਾ ਦੀ ਚਾਕਰੀ ਕਰਾਂਗੇ। ਕਿਉਂਕਿ ਜਿਹੜਾ ਰੱਬ ਦੇ ਘਰ ਵਿੱਚੋਂ ਸੰਦੇਸ਼ ਜਾਂ ਉਪਦੇਸ਼ ਪ੍ਰਾਪਤ ਹੋਇਆ, ਉਹਨੂੰ ਸੰਸਾਰ ਦੇ ਕੋਨੇ-ਕੋਨੇ ਤੇ ਵਿਖਾਰਨ ਦਾ, ਸੰਸਾਰ ਤੇ ਪ੍ਰਚਾਰਨ ਦਾ ਇਹ ਕਾਰਜ ਗੁਰੂ ਨਾਨਕ ਦੇ ਘਰ ਵਿੱਚੋਂ ਪ੍ਰਾਪਤ ਹੋਇਆ, ਰੱਬ ਦੇ ਘਰ ਵਿੱਚੋਂ ਪ੍ਰਾਪਤ ਹੋਇਆ। ਰੱਬ ਨੇ ਬਚਨ ਕਹੇ ਨੇ, ਨਾਨਕ ਪੁਰਾਤਨ ਜਨਮ ਸਾਖੀ ਦੇ ਬੋਲ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉਸ ਸਮੇਂ ਤੋਂ ਪ੍ਰਚਾਰ ਉਦਾਸੀਆਂ ਆਰੰਭ ਕੀਤੀਆਂ। ਆਪਣੇ ਜੀਵਨ ਦੇ ਅੰਦਰ 24 ਕੁ ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਚਾਰ ਉਦਾਸੀਆਂ ਕੀਤੀਆਂ। 39,000 ਕਿਲੋਮੀਟਰ ਦਾ ਪੈਂਡਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਪੈਦਲ ਤੈਅ ਕੀਤਾ। ਤੇ ਉਹ ਪੈਂਡਾ ਤੈਅ ਕਰਨ ਦਾ ਮਕਸਦ ਕੀ ਸੀ? ਸਤਿਗੁਰਾਂ ਨੇ ਬਾਣੀ ਦੇ ਅੰਦਰ ਆਪ ਉਹਦਾ ਜ਼ਿਕਰ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਸਿੱਧਾਂ ਜੋਗੀਆਂ ਨੇ ਸਵਾਲ ਕੀਤਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਕਿ ਤੁਸੀਂ ਕਾਹਦੇ ਵਾਸਤੇ ਇਹ ਉਦਾਸੀਆਂ ਧਾਰਨ ਕੀਤੀਆਂ ਨੇ? ਤੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਉੱਤਰ ਦਿੱਤਾ। ਸਤਿਗੁਰੂ ਕਹਿਣ ਲੱਗੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਸਤਿਗੁਰ ਕਹਿੰਦੇ, ਅਸੀਂ ਸੱਚ ਦੀ ਭਾਲ ਕਰਨ ਵਾਸਤੇ ਚੱਲੇ ਹਾਂ, ਅਸੀਂ ਐਸੇ ਗੁਰਮੁਖ ਸੰਸਾਰ ਤੇ ਲੱਭਣ ਵਾਸਤੇ ਤੁਰੇ ਹਾਂ ਜਿਹੜੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ। ਇੰਜ ਕਹਿ ਦੇਈਏ ਸਾਧ ਸੰਗਤ, ਆਸਾ ਹੱਥ ਕਿਤਾਬ ਕਸ਼। ਗੁਰੂ ਨਾਨਕ ਸਾਹਿਬ ਦੇ ਕੋਲ ਪਹਿਲਾ ਤੇ ਸਾਨੂੰ ਸਬੂਤ ਇਹ ਪ੍ਰਾਪਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਨੇ, ਅਸੀਂ ਗੁਰਮੁਖਾਂ ਦੀ ਭਾਲ ਕਰਨ ਵਾਸਤੇ ਚੱਲੇ। ਦੂਸਰਾ, ਭਾਈ ਗੁਰਦਾਸ ਜੀ ਦੀ ਬਾਣੀ ਦਾ ਇੱਥੋਂ ਵੀ ਸਬੂਤ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਗੁਰਮੁਖਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਥਾਂ ਪਰ ਥਾਂ ਤੋਂ ਇਕੱਤਰ ਕੀਤੀ ਸੀ, ਉਹ ਸਮੁੱਚੀ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਸਾਹਿਬ ਦੇ ਕੋਲ ਪ੍ਰਚਾਰ ਉਦਾਸੀਆਂ ਦੇ ਦੌਰਾਨ ਹਰੇਕ ਇਲਾਕੇ ਵਿੱਚ ਜਾ ਕੇ ਕਿਹਾ, ਤੁਹਾਡੇ ਇਲਾਕੇ 'ਚ ਕਿਹੜਾ ਗੁਰਮੁਖ ਹੋਇਆ ਜਿਹਨੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਕੀਤੀ? ਕਿਸੇ ਨੇ ਕਿਸੇ ਭਗਤ ਦਾ ਜ਼ਿਕਰ ਕੀਤਾ, ਕਿਸੇ ਨੇ ਕਿਸੇ ਦਾ ਜ਼ਿਕਰ ਕੀਤਾ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੀ ਬਾਣੀ ਇਕੱਤਰ ਕਰਕੇ ਨਾਂ ਲੈ ਕੇ ਆਉਂਦੇ, ਉਹਨਾਂ ਦੀ ਵਿਚਾਰਧਾਰਾ ਕੁਝ ਕੁ ਦਾਇਰੇ ਦੇ ਵਿੱਚ ਸੀਮਤ ਰਹਿ ਜਾਣੀ ਸੀ, ਪਰ ਸਤਿਗੁਰੂ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਭਈ ਸਭ ਲੋ ਮੈਂ, ਸਤਿਗੁਰ ਕੀ ਸੱਚ ਸਾਖੀ। ਸਤਿਗੁਰਾਂ ਨੇ ਉਸ ਅੰਮ੍ਰਿਤਮਈ ਬਾਣੀ ਨੂੰ ਸਮੁੱਚੇ ਸੰਸਾਰ ਵਿੱਚ
ਪ੍ਰਗਟ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਕੱਤਰ ਕੀਤਾ। ਤੇ ਸਾਧ ਸੰਗਤ ਜਦੋਂ ਮੱਕੇ ਦੀ ਧਰਤੀ ਤੇ ਪਹੁੰਚੇ, ਦੂਜੀ ਗਵਾਹੀ ਪ੍ਰਾਪਤ ਹੁੰਦੀ ਹੈ। ਪੁੱਛਣ ਫੂਲ ਕਿਤਾਬ ਨੂੰ, ਇਹਦਾ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗੁਰਬਾਣੀ ਦੀਆਂ ਸੈਂਚੀਆਂ ਸਨ, ਪੋਥੀਆਂ ਸਨ, ਜਿਨ੍ਹਾਂ ਨੂੰ ਉਹਨਾਂ ਨੇ ਪੜ੍ਹਿਆ, ਵਿਚਾਰਿਆ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਸਵਾਲ ਕੀਤਾ। ਪੁੱਛਣ ਫੂਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਦੂਸਰਾ ਸਬੂਤ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਰਤਾਰਪੁਰ ਦੀ ਧਰਤੀ ਤੇ ਰਹਿ ਕੇ 974 ਦੇ ਕਰੀਬ ਸ਼ਬਦ ਤੇ ਸ਼ਲੋਕ ਜਿਹੜੇ ਥਾਂ ਪਰ ਥਾਂ ਤੇ ਉਚਾਰਨ ਕੀਤੇ ਸਨ, ਉਹਨਾਂ ਨੂੰ ਲਿਖਤੀ ਰੂਪ ਦਿੱਤਾ। ਜਿਹੜੀ 15 ਦੀ ਭਗਤਾਂ ਦੀ ਬਾਣੀ ਦਾ ਖਜ਼ਾਨਾ ਪ੍ਰਾਪਤ ਹੋਇਆ ਸੀ, ਉਹ ਖਜ਼ਾਨਾ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਮੌਜੂਦ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਜ਼ਾਨਾ ਸੌਂਪਦੇ ਸਮੇਂ ਇਹ ਬਚਨ ਕਹੇ, ਪੁੱਤਰ ਤਾਂ ਮੇਰੇ ਪਹਿਲਾਂ ਵੀ ਮੌਜੂਦ ਨੇ, ਪਰ ਮੈਂ ਤੁਹਾਨੂੰ ਸੁਪੁੱਤਰ ਬਣਾਇਆ ਹੈ। ਦੁਨਿਆਵੀ ਖਜ਼ਾਨਾ ਆਪਣੇ ਪੁੱਤਰਾਂ ਨੂੰ ਦਿੱਤਾ ਹੈ, ਪਰ ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਤੁਹਾਡੀ ਝੋਲੀ ਵਿੱਚ ਪਾਇਆ ਹੈ। ਇੱਥੇ ਸਾਧ ਸੰਗਤ ਗੁਰੂ ਚੇਲੇ ਦੀ ਪਰੰਪਰਾ ਦਾ ਆਗਾਜ਼ ਵੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਭਾਈ ਲਹਿਣਾ ਦੀਆਂ ਪਰਿਕਰਮਾ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇ ਕੇ ਉਹਨਾਂ ਦੇ ਚਰਨਾਂ ਤੇ ਸੀਸ ਨਿਵਾਉਂਦੇ। ਸਾਡੇ ਵਿੱਚ ਕਈਆਂ ਨੇ ਜ਼ਿਕਰ ਕੀਤਾ, ਨਹੀਂ ਜੀ ਉਹਨਾਂ ਨੇ ਨਾਰੀਅਲ ਅੱਗੇ ਰੱਖਿਆ। ਨਹੀਂ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਕੋਈ ਡੁਪਲੀਕੇਟ ਕਾਰਜ ਨਹੀਂ ਕੀਤਾ। ਆਪਣਾ ਸੀਸ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਿਆ। ਤੇ ਜਿਹੜੇ ਖਜ਼ਾਨੇ ਦੀ ਗੱਲ ਆਉਂਦੀ ਹੈ, ਉਹਦਾ ਬਕਾਇਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਬੂਤ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਸੰਗ੍ਰਹਿ ਦਾ ਖਜ਼ਾਨਾ ਸੌਂਪਿਆ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਖਜ਼ਾਨਾ ਸੌਂਪਦਿਆਂ ਕਿਹਾ, ਤੁਹਾਨੂੰ ਸੁਪੁੱਤਰ ਬਣਾਇਆ ਹੈ, ਇਹਦੇ ਵਿੱਚ ਘਾਟਾ ਨਹੀਂ ਪੈਣਾ ਚਾਹੀਦਾ। ਬਹੁਤ ਵੱਡਾ ਕਾਰਜ ਕੀਤਾ ਗੁਰੂ ਅੰਗਦ ਦੇਵ ਜੀ ਨੇ। 63 ਸ਼ਲੋਕ ਇਸ ਖਜ਼ਾਨੇ ਵਿੱਚ ਹੋਰ ਉਚਾਰਨ ਕਰਕੇ ਜਿੱਥੇ ਵਾਧਾ ਕੀਤਾ, ਉੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਜਿਹੜੇ ਗੁਰਮੁਖੀ ਭਾਸ਼ਾ ਦੇ ਅੱਖਰ ਉਹਨਾਂ ਸਮਿਆਂ ਦੇ ਅੰਦਰ ਮੌਜੂਦ ਨੇ, ਪਰ ਇਹ ਸੰਪੂਰਨ ਭਾਸ਼ਾ ਨਹੀਂ। ਪੱਟੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਅੱਖਰਾਂ ਦਾ ਜ਼ਿਕਰ ਕੀਤਾ। ਪਤਾ ਲੱਗਦਾ ਹੈ ਇਹ ਅੱਖਰ ਪਹਿਲਾਂ ਵੀ ਮੌਜੂਦ ਸਨ, ਜਾਂ ਦੱਖਣੀ ਓਅੰਕਾਰ ਦੀ ਬਾਣੀ 'ਚ ਸਤਿਗੁਰਾਂ ਨੇ ਇਹ ਅੱਖਰ ਲਿਖੇ ਨੇ। ਪਰ ਸਾਧ ਸੰਗਤ, ਇਸ ਲਿਪੀ ਨੂੰ ਸੰਪੂਰਨਤਾ ਧੁਨੀਆਂ ਸਹਿਤ ਉਚਾਰਨ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੰਪੂਰਨਤਾ ਇਸ ਭਾਸ਼ਾ ਨੂੰ ਬਖਸ਼ਿਸ਼ ਕੀਤੀ। ਬਕਾਇਦਾ ਤੌਰ ਤੇ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨ ਆਪਣੇ ਕੋਲ ਬੁਲਾਏ। ਅੱਜ ਵੀ ਖਡੂਰ ਸਾਹਿਬ ਜਾਈਏ, ਦਰਬਾਰ ਸਾਹਿਬ ਗੁਰਦੁਆਰੇ ਦੇ ਅਸਥਾਨ ਦੇ ਉੱਤੇ ਦੀਵਾਨ ਹਾਲ ਦੇ ਅੰਦਰ ਜਿੱਥੇ ਅਜਾਇਬ ਘਰ, ਉੱਥੇ ਇੱਕ ਤਸਵੀਰ ਲੱਗੀ ਹੈ। ਧੰਨ ਗੁਰੂ ਅੰਗਦ ਦੇਵ ਜੀ ਬੈਠੇ ਨੇ, ਉਹਨਾਂ ਦੇ ਕੋਲ ਵੱਖ-ਵੱਖ ਕਿਸਮ ਦੇ ਵਿਦਵਾਨ ਆ ਕੇ ਬੈਠੇ। ਗੁਰੂ ਸਾਹਿਬ ਜੀ ਉਹਨਾਂ ਦੇ ਕੋਲ ਲਿਖਤ ਦਾ ਕਾਰਜ ਕਰਵਾ ਰਹੇ ਨੇ, ਕਿਉਂਕਿ ਜਿਹੜੀ ਬਾਣੀ ਪ੍ਰਾਪਤ ਹੋਈ ਸੀ ਨਾ 15 ਭਗਤਾਂ ਦੀ, ਉਹ ਕੋਈ ਕਿਸੇ ਪ੍ਰਾਂਤ ਦਾ ਰਹਿਣ ਵਾਲਾ ਸੀ, ਕੋਈ ਕਿਸੇ ਪ੍ਰਾਂਤ ਦਾ ਰਹਿਣ ਵਾਲਾ ਸੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ 17 ਪ੍ਰਦੇਸ਼ਕ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਕਿਸੇ ਨੇ 19 ਦਾ ਵੀ ਜ਼ਿਕਰ ਕੀਤਾ, ਕਿਸੇ ਨੇ 13 ਦਾ ਜ਼ਿਕਰ ਕੀਤਾ। ਖੈਰ, ਕਹਿਣ ਤੋਂ ਮੁਰਾਦ ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਆਈ ਬਾਣੀ ਧੰਨ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਟਰਾਂਸਲੇਟ ਕੀਤੀ। ਪੰਜਾਬੀ ਭਾਸ਼ਾ ਜਿਹੜੀ ਉਹਨਾਂ ਸਮਿਆਂ 'ਚ, ਅੱਜ ਪੰਜਾਬ ਦੀ ਹੱਦ ਤੇ ਛੋਟੀ, ਉਦੋਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਦੀ ਹੱਦ, ਇੱਥੋਂ ਤੱਕ ਗੁਰਬਾਣੀ ਦਾ ਪ੍ਰਚਾਰ ਤੇ ਪਸਾਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਪੰਜਾਬੀ ਭਾਸ਼ਾ 'ਚ ਆਮ ਬੋਲੀ ਜਾਂਦੀ ਬੋਲੀ ਦੇ ਅੰਦਰ ਜਦੋਂ ਪ੍ਰਚਾਰ ਤੇ ਪਸਾਰ ਕੀਤਾ, ਵਿਰੋਧੀ ਸੜ ਬਲ ਕੇ ਕੋਲਾ ਹੋ ਗਏ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਅੰਦਰ ਵੀ ਕਈ ਐਸੇ ਸ਼ਬਦ ਲਿਖ ਕੇ ਕਹਿ ਦੇਣਾ, ਵੇਖੋ ਜੀ ਇਹ ਵੀ ਤੇ ਪੰਜਾਬੀ ਵਿੱਚ ਲਿਖੀ ਹੋਈ ਭਾਸ਼ਾ, ਇਹ ਵੀ ਤਾਂ ਇੱਕ ਬਾਣੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਜਦੋਂ ਉਹਨਾਂ ਵਿਰੋਧੀਆਂ ਨੇ ਪੰਜਾਬੀ ਭਾਸ਼ਾ 'ਚ ਬਹੁਤ ਸਾਰੇ ਅੱਖਰ ਲਿਖ ਕੇ ਕਹਿਣਾ ਇਹ ਵੀ ਤਾਂ ਬਾਣੀ ਹੈ, ਧੰਨ ਗੁਰੂ ਅਮਰਦਾਸ ਜੀ ਨੇ ਉਸੇ ਵਕਤ ਸੰਗਤ ਨੂੰ ਸੁਚੇਤ ਕੀਤਾ। ਸਾਧ ਸੰਗਤ ਜੀ, ਇੰਜ ਕਹਿ ਦਈਏ, ਆਪਾਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਬਚਨ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਨਾਨਕ ਸਾਹਿਬ ਨੂੰ ਕਿੱਥੇ ਆਗਿਆ ਹੋਈ?
ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਐਸਾ ਗ੍ਰੰਥ ਤੇ ਇੱਕ ਐਸਾ ਪੰਥ ਸਾਜਿਆ ਜਾਵੇ। ਆਪਾਂ ਇੱਥੋਂ ਤੱਕ ਵੀ ਵਚਨ ਪੜ੍ਹਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਸੰਸਾਰ ਦੇ ਉੱਤੇ ਬੜੇ ਧਾਰਮਿਕ ਰਹਿਬਰ ਆਏ, ਪਰ ਉਹ ਜਿੰਨੇ ਵੀ ਧਾਰਮਿਕ ਰਹਿਬਰ ਆਏ ਉਹ ਜੇ ਕੋ ਹੋਤ ਭਇਓ ਜਗ ਸਿਆਨਾ, ਤਿੰਨ ਤਿੰਨ ਆਪਣੋ ਪੰਥ ਚਲਾਨਾ, ਸਭ ਆਪਣੀ ਆਪਣੀ ਉਰਜਾਨਾ, ਪਾਰ ਬ੍ਰਹਮ ਨਾ ਕਾਹੂ ਪਛਾਨਾ, ਪੇੜ ਪਾਤ ਆਪਨ ਤੇ ਜਲੈ, ਪ੍ਰਭ ਕੈ ਪੰਥ ਨਾ ਕਉ ਚੱਲੈ। ਉਹਨਾਂ ਕੇਵਲ ਤੇ ਕੇਵਲ ਸੰਸਾਰ ਤੇ ਆਪੋ ਆਪਣਾ ਨਾਮ ਜਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਦਿਨ ਵੇਈ ਪ੍ਰਵੇਸ਼ ਕਰਦੇ ਨੇ, ਪਰਮਾਤਮਾ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਨੇ 3 ਦਿਨ ਲਗਾਤਾਰ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤ ਘਾਟ ਬਣੇ, ਸਾਧ ਸੰਗਤ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਤੇ ਚੜ੍ਹਦੇ ਪਾਸੇ ਨੂੰ ਇਸ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਸੰਤ ਘਾਟ ਬਣਿਆ, ਇੱਥੇ ਇਕਾਂਤ ਜਗ੍ਹਾ ਹੁੰਦੀ ਸੀ। ਇਕਾਂਤ ਚਾਰੇ ਪਾਸੇ ਰੁੱਖਾਂ ਦੇ ਝੁੰਡ ਤੇ ਸ਼ਮਸ਼ਾਨ ਘਾਟ ਵਾਲਾ ਅਸਥਾਨ ਹੁੰਦਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਨਿਰੰਤਰ 3 ਦਿਨ ਪਰਮਾਤਮਾ ਦੇ ਨਾਲ ਸਮਾਧੀ ਲੀਨ ਸਥਿਤ ਹੋ ਕੇ ਬੈਠੇ ਹੀ ਰਹੇ। ਜਦੋਂ ਲੋਕਾਂ ਨੇ ਆ ਕੇ ਬੇਬੇ ਨਾਨਕੀ ਦੇ ਕੋਲ ਇਹ ਸਵਾਲ ਕੀਤਾ ਕਿ ਬੜਾ ਦੁੱਖ ਹੋਇਆ ਕਿ ਤੁਹਾਡਾ ਵੀਰ ਡੁੱਬ ਗਿਆ। ਸਿੱਖ ਇਤਿਹਾਸ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਹੈ ਬੇਬੇ ਨਾਨਕੀ ਜੀ। ਔਰ ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖ ਬਣਨ ਦਾ ਬੇਬੇ ਨਾਨਕੀ ਨੂੰ ਕਿਵੇਂ ਸੁਭਾਗ ਪ੍ਰਾਪਤ ਹੋਇਆ? ਕਿਉਂਕਿ ਪਹਿਲਾ ਦਿਨ ਲੰਘਿਆ, ਲੋਕਾਂ ਨੇ ਆ ਕੇ ਪਰਚਾਉਣੀ ਕੀਤੀ, ਬੜਾ ਦੁੱਖ ਹੋਇਆ ਕਿ ਤੇਰਾ ਵੀਰ ਡੁੱਬ ਗਿਆ। ਬੇਬੇ ਨਾਨਕੀ ਜੀ ਦਾ ਪਹਿਲੇ ਦਿਨ ਵੀ ਸੰਗਤ ਨੂੰ ਇੱਕੋ ਹੀ ਉੱਤਰ ਸੀ, ਦੂਸਰੇ ਦਿਨ ਵੀ ਉਹੀ ਉੱਤਰ ਤੇ ਤੀਸਰੇ ਦਿਨ ਵੀ ਇਹੀ ਉੱਤਰ। ਬੇਬੇ ਨਾਨਕੀ ਜੀ ਕਹਿੰਦੀ, ਦੁਨੀਆ ਦੇ ਲੋਕੋ, ਤੁਹਾਡਾ ਤੇ ਪਤਾ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਕੀ ਆਦਰਸ਼ ਹੋਵੇ, ਕੀ ਵਿਚਾਰ ਹੋਵੇ, ਪਰ ਮੇਰਾ ਮਨ ਕਹਿੰਦਾ ਹੈ ਕਿ ਜਿਹੜਾ ਦੁਨੀਆ ਤੇ ਡੁੱਬਿਆਂ ਨੂੰ ਤਾਰਨ ਆਇਆ ਹੋਵੇ ਨਾ, ਉਹ ਆਪ ਕਦੀ ਨਹੀਂ ਡੁੱਬ ਸਕਦਾ। ਭਾਈ ਗੁਰਦਾਸ ਦੇ ਬਚਨ ਪੜ੍ਹਦੇ ਹਾਂ, ਕੱਲ ਤਾਰਨ ਗੁਰੂ ਨਾਨਕ ਆਇਆ। ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਜਦੋਂ ਮੂਲ ਮੰਤਰ ਉਚਾਰਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਪਹਿਲੇ ਬਾਬੇ ਪਾਇਆ ਬਖਸ਼ਦਰ। ਪਿੱਛੋਂ ਦੇ ਫਿਰ ਘਾਲ ਕਮਾਈ। ਕਹਿੰਦੇ ਨਵਾਬ ਦੌਲਤ ਖਾਂ ਖੁਦ ਚੱਲ ਕੇ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਫਰਿਆਦ ਕਰਦਾ, ਕਹਿੰਦਾ ਦਾਤਾ ਫੇਰ ਕੀ ਹੋਇਆ ਜੇ ਤੁਸੀਂ 3 ਦਿਨ ਆਪਣੀ ਨੌਕਰੀ ਤੇ ਨਹੀਂ ਪਹੁੰਚੇ, ਅੱਜ ਫਿਰ ਆ ਕੇ ਮੋਦੀਖਾਨਾ ਸੰਭਾਲਣਾ ਕਰੋ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਉੱਤਰ ਦਿੱਤਾ ਨਵਾਬ ਦੌਲਤ ਖਾਂ ਨੂੰ। ਕਹਿਣ ਲੱਗੇ, ਨਵਾਬ ਦੌਲਤ ਖਾਂ ਜੀ, ਹੁਣ ਨੌਕਰੀ ਤੇ ਕਰਾਂਗੇ, ਚਾਕਰੀ ਤੇ ਕਰਾਂਗੇ, ਪਰ ਹੁਣ ਅੱਜ ਤੋਂ ਬਾਅਦ ਤੇਰੀ ਨਹੀਂ, ਹੁਣ ਖੁਦਾ ਦੀ ਚਾਕਰੀ ਕਰਾਂਗੇ। ਕਿਉਂਕਿ ਜਿਹੜਾ ਰੱਬ ਦੇ ਘਰ ਵਿੱਚੋਂ ਸੰਦੇਸ਼ ਜਾਂ ਉਪਦੇਸ਼ ਪ੍ਰਾਪਤ ਹੋਇਆ, ਉਹਨੂੰ ਸੰਸਾਰ ਦੇ ਕੋਨੇ-ਕੋਨੇ ਤੇ ਵਿਖਾਰਨ ਦਾ, ਸੰਸਾਰ ਤੇ ਪ੍ਰਚਾਰਨ ਦਾ ਇਹ ਕਾਰਜ ਗੁਰੂ ਨਾਨਕ ਦੇ ਘਰ ਵਿੱਚੋਂ ਪ੍ਰਾਪਤ ਹੋਇਆ, ਰੱਬ ਦੇ ਘਰ ਵਿੱਚੋਂ ਪ੍ਰਾਪਤ ਹੋਇਆ। ਰੱਬ ਨੇ ਬਚਨ ਕਹੇ ਨੇ, ਨਾਨਕ ਪੁਰਾਤਨ ਜਨਮ ਸਾਖੀ ਦੇ ਬੋਲ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉਸ ਸਮੇਂ ਤੋਂ ਪ੍ਰਚਾਰ ਉਦਾਸੀਆਂ ਆਰੰਭ ਕੀਤੀਆਂ। ਆਪਣੇ ਜੀਵਨ ਦੇ ਅੰਦਰ 24 ਕੁ ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਚਾਰ ਉਦਾਸੀਆਂ ਕੀਤੀਆਂ। 39,000 ਕਿਲੋਮੀਟਰ ਦਾ ਪੈਂਡਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਪੈਦਲ ਤੈਅ ਕੀਤਾ। ਤੇ ਉਹ ਪੈਂਡਾ ਤੈਅ ਕਰਨ ਦਾ ਮਕਸਦ ਕੀ ਸੀ? ਸਤਿਗੁਰਾਂ ਨੇ ਬਾਣੀ ਦੇ ਅੰਦਰ ਆਪ ਉਹਦਾ ਜ਼ਿਕਰ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਸਿੱਧਾਂ ਜੋਗੀਆਂ ਨੇ ਸਵਾਲ ਕੀਤਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ,
ਕਿ ਤੁਸੀਂ ਕਾਹਦੇ ਵਾਸਤੇ ਇਹ ਉਦਾਸੀਆਂ ਧਾਰਨ ਕੀਤੀਆਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਉੱਤਰ ਦਿੱਤਾ। ਸਤਿਗੁਰੂ ਕਹਿਣ ਲੱਗੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਸਤਿਗੁਰੂ ਕਹਿੰਦੇ ਅਸੀਂ ਸੱਚ ਦੀ ਭਾਲ ਕਰਨ ਵਾਸਤੇ ਚੱਲੇ ਹਾਂ। ਅਸੀਂ ਐਸੇ ਗੁਰਮੁਖ ਸੰਸਾਰ ਤੇ ਲੱਭਣ ਵਾਸਤੇ ਤੁਰੇ ਹਾਂ ਜਿਹੜੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ। ਇੰਜ ਕਹਿ ਦੇਈਏ ਸਾਧ ਸੰਗਤ, ਆਸਾ ਹੱਥ ਕਿਤਾਬ ਕਸ਼। ਗੁਰੂ ਨਾਨਕ ਸਾਹਿਬ ਦੇ ਕੋਲ ਪਹਿਲਾ ਤੇ ਸਾਨੂੰ ਸਬੂਤ ਇਹ ਪ੍ਰਾਪਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਨੇ ਅਸੀਂ ਗੁਰਮੁਖਾਂ ਦੀ ਭਾਲ ਕਰਨ ਵਾਸਤੇ ਚੱਲੇ। ਦੂਸਰਾ, ਭਾਈ ਗੁਰਦਾਸ ਜੀ ਦੀ ਬਾਣੀ ਦਾ ਇੱਥੋਂ ਵੀ ਸਬੂਤ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਗੁਰਮੁਖਾਂ ਦੀ ਬਾਣੀ 15 ਭਗਤਾਂ ਦੀ ਬਾਣੀ ਥਾਂ ਪਰ ਥਾਂ ਤੋਂ ਇਕੱਤਰ ਕੀਤੀ ਸੀ, ਉਹ ਸਮੁੱਚੀ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਸਾਹਿਬ ਦੇ ਕੋਲ ਪ੍ਰਚਾਰ ਉਦਾਸੀਆਂ ਦੇ ਦੌਰਾਨ ਹਰੇਕ ਇਲਾਕੇ ਵਿੱਚ ਜਾ ਕੇ ਕਿਹਾ, ਤੁਹਾਡੇ ਇਲਾਕੇ 'ਚ ਕਿਹੜਾ ਗੁਰਮੁਖ ਹੋਇਆ ਜਿਹਨੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਕੀਤੀ। ਕਿਸੇ ਨੇ ਕਿਸੇ ਭਗਤ ਦਾ ਜ਼ਿਕਰ ਕੀਤਾ, ਕਿਸੇ ਨੇ ਕਿਸੇ ਦਾ ਜ਼ਿਕਰ ਕੀਤਾ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੀ ਬਾਣੀ ਇਕੱਤਰ ਕਰਕੇ ਨਾਂ ਲੈ ਕੇ ਆਉਂਦੇ, ਉਹਨਾਂ ਦੀ ਵਿਚਾਰਧਾਰਾ ਕੁਝ ਕੁ ਦਾਇਰੇ ਦੇ ਵਿੱਚ ਸੀਮਤ ਰਹਿ ਜਾਣੀ ਸੀ, ਪਰ ਸਤਿਗੁਰੂ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਭਈ ਸਭ ਲੋ ਮੈਂ, ਸਤਿਗੁਰ ਕੀ ਸੱਚ ਸਾਖੀ। ਸਤਿਗੁਰਾਂ ਨੇ ਉਸ ਅੰਮ੍ਰਿਤਮਈ ਬਾਣੀ ਨੂੰ ਸਮੁੱਚੇ ਸੰਸਾਰ ਵਿੱਚ ਪ੍ਰਗਟ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਕੱਤਰ ਕੀਤਾ। ਤੇ ਸਾਧ ਸੰਗਤ ਜਦੋਂ ਮੱਕੇ ਦੀ ਧਰਤੀ ਤੇ ਪਹੁੰਚੇ, ਦੂਜੀ ਗਵਾਹੀ ਪ੍ਰਾਪਤ ਹੁੰਦੀ ਹੈ। ਪੁੱਛਣ ਫੂਲ ਕਿਤਾਬ ਨੂੰ, ਇਹਦਾ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗੁਰਬਾਣੀ ਦੀਆਂ ਸੈਂਚੀਆਂ ਸਨ, ਪੋਥੀਆਂ ਸਨ, ਜਿਨ੍ਹਾਂ ਨੂੰ ਉਹਨਾਂ ਨੇ ਪੜ੍ਹਿਆ, ਵਿਚਾਰਿਆ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਸਵਾਲ ਕੀਤਾ। ਪੁੱਛਣ ਫੂਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਕੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਇਹ ਦੂਸਰਾ ਸਬੂਤ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਰਤਾਰਪੁਰ ਦੀ ਧਰਤੀ ਤੇ ਰਹਿ ਕੇ 974 ਦੇ ਕਰੀਬ ਸ਼ਬਦ ਤੇ ਸ਼ਲੋਕ ਜਿਹੜੇ ਥਾਂ ਪਰ ਥਾਂ ਤੇ ਉਚਾਰਨ ਕੀਤੇ ਸਨ, ਉਹਨਾਂ ਨੂੰ ਲਿਖਤੀ ਰੂਪ ਦਿੱਤਾ। ਜਿਹੜੀ 15 ਦੀ ਭਗਤਾਂ ਦੀ ਬਾਣੀ ਦਾ ਖਜ਼ਾਨਾ ਪ੍ਰਾਪਤ ਹੋਇਆ ਸੀ, ਉਹ ਖਜ਼ਾਨਾ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਮੌਜੂਦ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਜ਼ਾਨਾ ਸੌਂਪਦੇ ਸਮੇਂ ਇਹ ਬਚਨ ਕਹੇ, ਪੁੱਤਰ ਤਾਂ ਮੇਰੇ ਪਹਿਲਾਂ ਵੀ ਮੌਜੂਦ ਨੇ, ਪਰ ਮੈਂ ਤੁਹਾਨੂੰ ਸੁਪੁੱਤਰ ਬਣਾਇਆ ਹੈ। ਦੁਨਿਆਵੀ ਖਜ਼ਾਨਾ ਆਪਣੇ ਪੁੱਤਰਾਂ ਨੂੰ ਦਿੱਤਾ ਹੈ, ਪਰ ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਤੁਹਾਡੀ ਝੋਲੀ ਵਿੱਚ ਪਾਇਆ ਹੈ। ਇੱਥੇ ਸਾਧ ਸੰਗਤ ਗੁਰੂ ਚੇਲੇ ਦੀ ਪਰੰਪਰਾ ਦਾ ਆਗਾਜ਼ ਵੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਭਾਈ ਲਹਿਣਾ ਦੀਆਂ ਪਰਿਕਰਮਾ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇ ਕੇ ਉਹਨਾਂ ਦੇ ਚਰਨਾਂ ਤੇ ਸੀਸ ਨਿਵਾਉਂਦੇ। ਸਾਡੇ ਵਿੱਚ ਕਈਆਂ ਨੇ ਜ਼ਿਕਰ ਕੀਤਾ, ਨਹੀਂ ਜੀ ਉਹਨਾਂ ਨੇ ਨਾਰੀਅਲ ਅੱਗੇ ਰੱਖਿਆ। ਨਹੀਂ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਕੋਈ ਡੁਪਲੀਕੇਟ ਕਾਰਜ ਨਹੀਂ ਕੀਤਾ। ਆਪਣਾ ਸੀਸ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਿਆ। ਤੇ ਜਿਹੜੇ ਖਜ਼ਾਨੇ ਦੀ ਗੱਲ ਆਉਂਦੀ ਹੈ, ਉਹਦਾ ਬਕਾਇਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਬੂਤ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਸੰਗ੍ਰਹਿ ਦਾ ਖਜ਼ਾਨਾ ਸੌਂਪਿਆ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਖਜ਼ਾਨਾ ਸੌਂਪਦਿਆਂ ਕਿਹਾ, ਤੁਹਾਨੂੰ ਸੁਪੁੱਤਰ ਬਣਾਇਆ ਹੈ, ਇਹਦੇ ਵਿੱਚ ਘਾਟਾ ਨਹੀਂ ਪੈਣਾ ਚਾਹੀਦਾ। ਬਹੁਤ ਵੱਡਾ ਕਾਰਜ ਕੀਤਾ ਗੁਰੂ ਅੰਗਦ ਦੇਵ ਜੀ ਨੇ। 63 ਸ਼ਲੋਕ ਇਸ ਖਜ਼ਾਨੇ ਵਿੱਚ ਹੋਰ ਉਚਾਰਨ ਕਰਕੇ ਜਿੱਥੇ ਵਾਧਾ ਕੀਤਾ, ਉੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਜਿਹੜੇ ਗੁਰਮੁਖੀ ਭਾਸ਼ਾ ਦੇ ਅੱਖਰ ਉਹਨਾਂ ਸਮਿਆਂ ਦੇ ਅੰਦਰ ਮੌਜੂਦ ਨੇ, ਪਰ ਇਹ ਸੰਪੂਰਨ ਭਾਸ਼ਾ ਨਹੀਂ। ਪੱਟੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਅੱਖਰਾਂ ਦਾ ਜ਼ਿਕਰ ਕੀਤਾ। ਪਤਾ ਲੱਗਦਾ ਹੈ ਇਹ ਅੱਖਰ ਪਹਿਲਾਂ ਵੀ ਮੌਜੂਦ ਸਨ, ਜਾਂ ਦੱਖਣੀ ਓਅੰਕਾਰ ਦੀ ਬਾਣੀ 'ਚ ਸਤਿਗੁਰਾਂ ਨੇ ਇਹ ਅੱਖਰ ਲਿਖੇ ਨੇ। ਪਰ ਸਾਧ ਸੰਗਤ, ਇਸ ਲਿਪੀ ਨੂੰ ਸੰਪੂਰਨਤਾ ਧੁਨੀਆਂ ਸਹਿਤ ਉਚਾਰਨ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੰਪੂਰਨਤਾ ਇਸ ਭਾਸ਼ਾ ਨੂੰ ਬਖਸ਼ਿਸ਼ ਕੀਤੀ। ਬਕਾਇਦਾ ਤੌਰ ਤੇ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨ ਆਪਣੇ ਕੋਲ ਬੁਲਾਏ। ਅੱਜ ਵੀ ਖਡੂਰ ਸਾਹਿਬ ਜਾਈਏ, ਦਰਬਾਰ ਸਾਹਿਬ ਗੁਰਦੁਆਰੇ ਦੇ ਅਸਥਾਨ ਦੇ ਉੱਤੇ ਦੀਵਾਨ ਹਾਲ ਦੇ ਅੰਦਰ ਜਿੱਥੇ ਅਜਾਇਬ ਘਰ, ਉੱਥੇ ਇੱਕ ਤਸਵੀਰ ਲੱਗੀ ਹੈ। ਧੰਨ ਗੁਰੂ ਅੰਗਦ ਦੇਵ ਜੀ ਬੈਠੇ ਨੇ, ਉਹਨਾਂ ਦੇ ਕੋਲ ਵੱਖ-ਵੱਖ ਕਿਸਮ ਦੇ ਵਿਦਵਾਨ ਆ ਕੇ ਬੈਠੇ।
ਗੁਰੂ ਸਾਹਿਬ ਜੀ ਉਹਨਾਂ ਦੇ ਕੋਲੋਂ ਲਿਖਤ ਦਾ ਕਾਰਜ ਕਰਵਾ ਰਹੇ ਨੇ, ਕਿਉਂਕਿ ਜਿਹੜੀ ਬਾਣੀ ਪ੍ਰਾਪਤ ਹੋਈ ਸੀ ਨਾ 15 ਭਗਤਾਂ ਦੀ, ਉਹ ਕੋਈ ਕਿਸੇ ਪ੍ਰਾਂਤ ਦਾ ਰਹਿਣ ਵਾਲਾ ਸੀ, ਕੋਈ ਕਿਸੇ ਪ੍ਰਾਂਤ ਦਾ ਰਹਿਣ ਵਾਲਾ ਸੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ 17 ਪ੍ਰਦੇਸ਼ਕ ਭਾਸ਼ਾਵਾਂ ਦੇ ਸ਼ਬਦ ਮਿਲਦੇ ਨੇ। ਕਿਸੇ ਨੇ 19 ਦਾ ਵੀ ਜ਼ਿਕਰ ਕੀਤਾ, ਕਿਸੇ ਨੇ 13 ਦਾ ਜ਼ਿਕਰ ਕੀਤਾ। ਖੈਰ, ਕਹਿਣ ਤੋਂ ਮੁਰਾਦ ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਆਈ ਬਾਣੀ ਧੰਨ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਟਰਾਂਸਲੇਟ ਕੀਤੀ। ਪੰਜਾਬੀ ਭਾਸ਼ਾ ਜਿਹੜੀ ਉਹਨਾਂ ਸਮਿਆਂ 'ਚ, ਅੱਜ ਪੰਜਾਬ ਦੀ ਹੱਦ ਤੇ ਛੋਟੀ, ਉਦੋਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਦੀ ਹੱਦ, ਇੱਥੋਂ ਤੱਕ ਗੁਰਬਾਣੀ ਦਾ ਪ੍ਰਚਾਰ ਤੇ ਪਸਾਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਪੰਜਾਬੀ ਭਾਸ਼ਾ 'ਚ ਆਮ ਬੋਲੀ ਜਾਂਦੀ ਬੋਲੀ ਦੇ ਅੰਦਰ ਜਦੋਂ ਪ੍ਰਚਾਰ ਤੇ ਪਸਾਰ ਕੀਤਾ, ਵਿਰੋਧੀ ਸੜ ਬਲ ਕੇ ਕੋਲਾ ਹੋ ਗਏ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਅੰਦਰ ਵੀ ਕਈ ਐਸੇ ਸ਼ਬਦ ਲਿਖ ਕੇ ਕਹਿ ਦੇਣਾ, ਵੇਖੋ ਜੀ ਇਹ ਵੀ ਤੇ ਪੰਜਾਬੀ ਵਿੱਚ ਲਿਖੀ ਹੋਈ ਭਾਸ਼ਾ, ਇਹ ਵੀ ਤਾਂ ਇੱਕ ਬਾਣੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਜਦੋਂ ਉਹਨਾਂ ਵਿਰੋਧੀਆਂ ਨੇ ਪੰਜਾਬੀ ਭਾਸ਼ਾ 'ਚ ਬਹੁਤ ਸਾਰੇ ਅੱਖਰ ਲਿਖ ਕੇ ਕਹਿਣਾ ਇਹ ਵੀ ਤਾਂ ਬਾਣੀ ਹੈ, ਧੰਨ ਗੁਰੂ ਅਮਰਦਾਸ ਜੀ ਨੇ ਉਸੇ ਵਕਤ ਸੰਗਤ ਨੂੰ ਸੁਚੇਤ ਕੀਤਾ, ਸਾਧ ਸੰਗਤ ਜੀ ਬਾਝੋਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਆਖ ਵਖਾਣੇ ਉਹ ਗੁਰੂ ਤੋਂ ਬਿਨਾਂ ਹੋਰ ਜਿੰਨੀ ਵੀ ਬਾਣੀ ਹੈ, ਭਾਵੇਂ ਉਹ ਪੰਜਾਬੀ ਭਾਸ਼ਾ 'ਚ ਲਿਖੀ ਹੋਵੇ ਪਰ ਉਹ ਲਿਖੇ ਹੋਏ ਅੱਖਰ ਬਾਣੀ ਨਹੀਂ ਹੋ ਸਕਦੇ। ਗੁਰੂ ਤੋਂ ਬਿਨਾਂ ਹੋਰ ਜਿਹੜੀ ਬਾਣੀ ਹੈ ਉਹ ਕੱਚੀ ਬਾਣੀ ਹੈ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਸੰਗਤ ਨੂੰ ਸੁਚੇਤ ਕੀਤਾ, 22 ਪ੍ਰਚਾਰ ਕਰਾ ਕੇ ਜਦੋਂ ਪੰਜਾਬੀ ਭਾਸ਼ਾ 'ਚ ਆਮ ਮਨੁੱਖਤਾ ਦੀ ਬੋਲੀ ਦੇ ਅੰਦਰ ਜਦੋਂ ਗੁਰਬਾਣੀ ਦਾ ਪ੍ਰਚਾਰ ਕੀਤਾ, ਵਿਰੋਧੀ ਫਿਰ ਸੜ ਬਲ ਕੇ ਕੋਲਾ ਹੋ ਗਏ। ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਿਕਾਇਤ ਅਕਬਰ ਦੇ ਕੋਲ ਕਰ ਦਿੱਤੀ। ਅਕਬਰ ਦੇ ਕੋਲ ਜਾ ਕੇ ਭਾਈ ਜੇਠਾ ਜੀ ਲਾਹੌਰ ਜਾ ਕੇ ਇਹ ਗੱਲ ਦੀ ਤਸੱਲੀ ਕਰਾ ਕੇ ਆਏ, ਕਿਉਂਕਿ ਵਿਰੋਧੀਆਂ ਨੇ ਇਹ ਗੱਲ ਕਹੀ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਲਿਖੀ ਹੈ ਉਹ ਬਾਣੀ ਵੀ ਬੰਦ ਕਰਾ ਦਿਓ, ਉਹ ਭਾਸ਼ਾ ਵੀ ਬੰਦ ਕਰਾ ਦਿਓ। ਸਾਧ ਸੰਗਤ, ਅਕਬਰ ਬੜਾ ਸਿਆਣਾ ਸੀ, ਉਹਨੇ ਕਦੇ ਵੀ ਜ਼ਿੰਦਗੀ 'ਚ ਇੱਕ ਤਰਫਾ ਫੈਸਲਾ ਨਹੀਂ ਕੀਤਾ। ਅਕਬਰ ਕਹਿਣ ਲੱਗਾ ਮੈਂ ਇੱਦਾਂ ਫੈਸਲਾ ਨਹੀਂ ਲੈ ਸਕਦਾ, ਮੈਂ ਬਕਾਇਦਾ ਤੌਰ ਤੇ ਗੁਰੂ ਸਾਹਿਬ ਜੀ ਦੇ ਕੋਲ ਸੁਨੇਹਾ ਭੇਜਾਂਗਾ, ਸਤਿਗੁਰੂ ਆਉਣਗੇ ਦੱਸਣਗੇ ਭਾਸ਼ਾ ਕਿਉਂ ਉਚਾਰੀ, ਬਾਣੀ ਕਿਉਂ ਉਚਾਰੀ। ਭਾਈ ਜੇਠਾ ਜੀ ਲਾਹੌਰ ਚੱਲ ਕੇ ਗਏ, ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਹੋਏ। ਉੱਥੇ ਜਾ ਕੇ ਭਾਈ ਜੇਠਾ ਜੀ ਨੇ ਹੋਰ ਬੜੀਆਂ ਉਦਾਹਰਨਾਂ ਦਿੱਤੀਆਂ ਤੇ ਨਾਲ ਇਹ ਸ਼ਬਦ ਕਹੇ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਇਹ ਬਾਣੀ ਤਾਂ ਮੇਘ ਦੇ ਪਾਣੀ ਵਰਗੀ ਹੈ, ਇਹ ਸਾਰਿਆਂ ਵਾਸਤੇ ਸਾਂਝੀ। ਉਹਨਾਂ ਭਾਸ਼ਾਵਾਂ ਨੂੰ ਜਿਵੇਂ ਪੜ੍ਹਨ ਵਾਸਤੇ ਧਰਤੀ ਦੇ ਹੇਠਾਂ ਵਾਲਾ ਪਾਣੀ ਜਿਵੇਂ ਕੱਢ ਕੇ ਪੀਣਾ ਔਖਾ ਹੈ ਨਾ, ਉੱਦਾਂ ਉਹਨਾਂ ਭਾਸ਼ਾਵਾਂ ਨੂੰ ਪੜ੍ਹਨਾ ਤੇ ਸੁਣਨਾ ਔਖਾ ਹੈ। ਅਕਬਰ ਨੂੰ ਉਹਨਾਂ ਭਾਸ਼ਾਵਾਂ ਦੇ ਗ੍ਰੰਥ ਪੜ੍ਹ ਕੇ ਸੁਣਾਏ, ਭਾਵੇਂ ਉਹਨਾਂ ਦੇ ਆਪਣੇ ਗ੍ਰੰਥ ਨੇ, ਅਕਬਰ ਕਹਿੰਦਾ ਅਰਥ ਕਰਕੇ ਸੁਣਾਓ। ਪਰ ਜਦੋਂ ਭਾਈ ਜੇਠਾ ਜੀ ਨੇ ਬਾਣੀ ਉਚਾਰਨ ਕਰਕੇ ਸੁਣਾਈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਕਹਿੰਦੇ ਅਰਥ ਕਰਕੇ ਸੁਣਾਈਏ, ਕਹਿੰਦਾ ਲੋੜ ਹੀ ਨਹੀਂ। ਅਕਬਰ ਨੇ ਉਸੇ ਵਕਤ ਕਹਿ ਦਿੱਤਾ, ਨਾ ਤੇ ਇਹ ਭਾਸ਼ਾ ਬੰਦ ਹੋਵੇਗੀ ਤੇ ਨਾ ਇਹ ਬਾਣੀ ਬੰਦ ਹੋਵੇਗੀ। ਖੈਰ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਬਾਣੀ ਦੇ ਸੰਗ੍ਰਹਿ ਦੇ ਅੰਦਰ ਹੋਰ ਵਾਧਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 19 ਰਾਗਾਂ 'ਚ ਬਾਣੀ ਉਚਾਰਨ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ 'ਚ ਬਾਣੀ ਉਚਾਰਨ ਕੀਤੀ। 2 ਰਾਗਾਂ 'ਚ ਜਿਹੜੀ ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰੇ ਨੇ, ਉਹਨਾਂ 'ਚੋਂ ਤੁਖਾਰੀ ਤੇ ਤਲੰਗ ਛੱਡ ਕੇ ਬਾਕੀ ਦੇ 17 ਰਾਗ ਉਚਾਰਨ ਕੀਤੇ, ਜਿੱਥੋਂ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਬਾਣੀ, ਧੰਨ ਗੁਰੂ ਅਮਰਦਾਸ ਜੀ ਦੇ ਕੋਲ ਗੁਰੂ ਨਾਨਕ ਦੀ ਬਾਣੀ ਮੌਜੂਦ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਗੁਰਬਾਣੀ ਦਾ ਸੰਗ੍ਰਹਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੌਂਪ ਦਿੱਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਬਾਣੀ ਦੇ ਸੰਗ੍ਰਹਿ ਦੇ ਵਿੱਚ ਹੋਰ ਜਿੱਥੇ ਅੰਮ੍ਰਿਤਮਈ ਸ਼ਬਦ ਉਚਾਰਨ ਕਰਕੇ ਵਾਧਾ ਕੀਤਾ, ਉਥੇ ਬਚਨ ਕਹੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਜੀ ਨੇ ਇਹ ਸਮੁੱਚਾ ਗੁਰਬਾਣੀ ਦਾ ਸੰਗ੍ਰਹਿ ਧੰਨ ਸ੍ਰੀ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੌਂਪ ਦਿੱਤਾ। ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਨੇ,
ਉਸੇ ਵਕਤ 11 ਭੱਟ ਜਿਹੜਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਥਾਂ ਥਾਂ ਤੇ ਭਟਕਦੇ ਹੋਏ ਕਿਸੇ ਸਿੱਖ ਤੋਂ ਸੁਣ ਕੇ ਆਏ ਕਿ ਚਲੋ ਦੁਨੀਆ ਤੇ ਬੜੇ ਗੁਰੂ ਨੇ, ਇਹ ਵੀ ਦੇਖ ਲਈਏ। ਸੋਭਾ ਸੁਣ ਕੇ ਸਤਿਗੁਰਾਂ ਦੇ ਚਰਨਾਂ 'ਚ ਆਏ। ਗੁਰੂ ਰਾਮਦਾਸ ਜੀ ਅਜੇ ਗੋਇੰਦਵਾਲ ਦੀ ਧਰਤੀ ਤੇ ਥੋੜ੍ਹੇ ਦਿਨ ਹੀ ਸਤਿਗੁਰਾਂ ਦੇ ਕੋਲ ਰਹੇ ਤੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਕੱਲ੍ਹ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ, ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਧੰਨ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬੈਠੇ। ਭੱਟ ਸਾਹਿਬਾਨਾਂ ਨੇ ਆਪ ਉਚਾਰਨ ਕੀਤਾ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸਵੀਆਂ ਮੁਖੋਂ ਇਹ ਪੰਡਤ ਮਿੱਠੇ। ਔਰ ਨਾਲ ਇੱਥੋਂ ਤੱਕ ਵੀ ਬਚਨ ਕਹਿ ਦਿੱਤੇ, ਬਰਸ ਏਕ ਹੋਂ ਫਿਰਿਓ, ਕਿਨਾਂ ਨਾ ਪਰਚੋ ਲਾਇਓ, ਕਹਿਤੀ ਕਹਿਤ ਸੁਣੀ, ਰਹਿਤ ਕੋ ਖੁਸ਼ੀ ਨਾ ਆਈ। ਕਹਿੰਦੇ ਅਸੀਂ ਦੁਨੀਆ ਤੇ ਬੜੇ ਡੇਰੇਦਾਰ ਵੇਖੇ, ਅੱਜ ਵੀ ਦੁਨੀਆ ਦੇ ਉੱਤੇ ਬੜੇ ਡੇਰੇਦਾਰ ਨੇ, ਜਿਨ੍ਹਾਂ ਦਾ ਬਾਹਰ ਦਾ ਪਹਿਰਾਵਾ, ਬਾਹਰ ਦੀ ਵਿਚਾਰ, ਬਾਹਰ ਦਾ ਸਤਿਕਾਰ ਕੁਝ ਹੋਰ ਹੈ। 4 ਕੁ ਦਿਨ ਅੰਦਰ ਰਹਿ ਕੇ, ਅੰਦਰ ਵੜ ਕੇ ਵੇਖੋ, ਤੁਸੀਂ ਆਪ ਕਹਿ ਦਿਓਗੇ ਇਹਨਾਂ ਨਾਲੋਂ ਤੇ ਸਾਡਾ ਜੀਵਨ ਵੀ ਚੰਗਾ। ਇੰਜ ਕਹਿ ਦਈਏ, ਭੱਟ ਸਾਹਿਬਾਨ ਥਾਂ ਥਾਂ ਤੇ ਭਟਕਦੇ ਅੰਮ੍ਰਿਤਸਰ ਦੀ ਧਰਤੀ ਤੇ ਗੋਇੰਦਵਾਲ ਵਿਖੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ। ਜਦੋਂ ਭੱਟ ਸਾਹਿਬਾਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਤੱਕਿਆ ਤੇ ਭੱਟ ਸਾਹਿਬਾਨ ਆਪਣੇ ਮੁਖ ਤੋਂ ਉਚਾਰਨ ਕਰਦੇ ਨੇ, ਉਹ ਕਹਿੰਦੇ ਅਸੀਂ ਤੇ ਗੁਰੂ ਲੱਭਣ ਵਾਸਤੇ ਆਏ ਸੀ, ਅਸੀਂ ਤੇ ਗੁਰੂ ਲੱਭਣ ਵਾਸਤੇ ਆਏ ਸੀ। ਪਰ ਸਾਧ ਸੰਗਤ, ਗੁਰੂ ਲੱਭਦਿਆਂ ਲੱਭਦਿਆਂ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ ਸਾਨੂੰ ਰੱਬ ਲੱਭ ਗਿਆ, ਕਿਉਂਕਿ ਉਹਨਾਂ ਨੇ ਆਪ ਉਚਾਰਨ ਕੀਤੇ ਅੰਮ੍ਰਿਤਮਈ ਬੋਲ, ਰਹਿਓ ਸੰਤ ਹੋਂ ਟੋਲ, ਟੋਲ ਸਾਧ ਬਹੁ ਤੇਰੇ ਡਿਠੇ। ਤੇ ਨਾਲ ਉਹਨਾਂ ਨੇ ਬਚਨ ਕਹੇ, ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਨਾਲ ਇਹ ਵੀ ਬਚਨ ਕਹੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ, ਉਦੋਂ ਨਾਨਾ ਗੁਰੂ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਫਿਰ ਉਹਨਾਂ ਦੇ ਪਿਤਾ ਗੁਰੂ ਬਣੇ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਦਾ ਸੁਭਾਗ ਬਣਿਆ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਗੁਰੂ ਬਣੇ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਜਨਮ ਤੋਂ ਹੀ ਗੁਰੂ ਦੀ ਮੱਤ ਅਤੇ ਬ੍ਰਹਮ ਦੀ ਪਹਿਚਾਣ ਸੀ। ਇਸੇ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਵੇਖਿਆ, ਇੱਕ ਪਾਸੇ ਪ੍ਰਿਥੀ ਚੰਦ ਈਰਖਾ ਦੀ ਅੱਗ ਵਿੱਚ ਦਿਨ ਰਾਤ ਸੜ ਰਿਹਾ ਸੀ। ਗੁਰੂ ਰਾਮਦਾਸ ਜੀ ਦੇ ਚਲਾਣੇ ਤੋਂ 10ਵੇਂ ਦਿਨ ਵੀ ਇਹਨੇ ਪੱਗ ਨੂੰ ਲੈ ਕੇ ਝਗੜਾ ਕਰ ਦਿੱਤਾ। ਫਿਰ ਇਹ ਆਪ ਗੁਰੂ ਬਣ ਕੇ ਬਹਿ ਗਿਆ। ਫਿਰ ਇਹਨੇ ਆਪਣੇ ਪੁੱਤਰ ਨੂੰ ਕਹਿ ਕੇ, ਪ੍ਰਿਥੀ ਚੰਦ ਨੇ ਆਪਣੇ ਪੁੱਤਰ ਹਰਜੀ ਨੂੰ ਕਹਿ ਕੇ, ਆਪਣੇ ਪੋਤਰੇ ਹਰਜੀ ਨੂੰ ਕਹਿ ਕੇ, ਮਿਹਰਬਾਨ ਨੂੰ ਕਹਿ ਕੇ, ਇਹਨੇ ਬਹੁਤ ਸਾਰੀ ਕੱਚੀ ਬਾਣੀ ਲਿਖਵਾਉਣੀ ਸ਼ੁਰੂ ਕਰ ਦਿੱਤੀ। ਭੋਗ ਨਾਨਕ ਜੀ ਪਰ ਪਾਈ। ਪਰ ਇਹ ਜਦੋਂ ਵੀ ਬਾਣੀ ਲਿਖਦਾ ਸੀ, ਪਰ ਇਹਨਾਂ ਨੇ ਨਾਲ ਦੀ ਨਾਲ ਪ੍ਰਿਥੀ ਚੰਦ ਨੂੰ 5ਵਾਂ ਗੁਰੂ, ਆਪਣੇ ਪੁੱਤਰ ਮਿਹਰਬਾਨ ਨੂੰ ਉਹਨੇ 6ਵਾਂ ਗੁਰੂ ਕਹਿਣਾ ਕੀਤਾ। ਮਹੱਲਾ 6ਵਾਂ ਕਰਕੇ ਉਹਦੇ ਨਾਮ ਤੋਂ ਬਾਣੀ ਉਚਾਰੀ, ਤੇ ਹਰਜੀ ਨੂੰ ਮਹੱਲਾ 7ਵਾਂ ਕਰਕੇ ਬਾਣੀ ਉਚਾਰਨ ਕੀਤੀ। ਜਦੋਂ ਸੰਗਤ ਬਾਰ-ਬਾਰ ਆ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਪੁੱਛਣ ਲੱਗ ਪਈ, ਸਤਿਗੁਰੂ ਜੀ ਇਹਨਾਂ ਦੇ ਵਿੱਚ ਕੱਚੀ ਬਾਣੀ ਕਿਹੜੀ ਤੇ ਸੱਚੀ ਕਿਹੜੀ? ਕਿਉਂਕਿ ਅੱਜ ਵੀ ਆਪਾਂ ਪੜ੍ਹਦੇ ਹਾਂ ਸਾਧ ਸੰਗਤ, ਕਈ ਵਾਰੀ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਹੁਣ ਨਾਨਕ ਸ਼ਬਦ ਆਉਣ ਕਰਕੇ ਆਪਾਂ ਅੱਜ ਵੀ ਭੁਲੇਖਾ ਖਾ ਜਾਂਦੇ, ਪਰ ਇਹ ਗੁਰਬਾਣੀ ਦਾ ਸ਼ਬਦ ਨਹੀਂ, ਇਹ ਕੱਚੀ ਬਾਣੀ ਦਾ ਸ਼ਬਦ। ਜਾਂ ਆਪਾਂ ਵਿਆਹ ਸ਼ਾਦੀ ਦੇ ਕਾਰਡਾਂ ਤੇ ਪੜ੍ਹਦੇ ਹਾਂ, ਸਤਿਗੁਰੂ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਖੈਰ ਸਾਧ ਸੰਗਤ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸੇ ਵਕਤ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਯੁਧਾ ਕਰੀਏ, ਮੀਣੇ ਪਾਣ ਲੱਗੇ ਨਹੀਂ ਰਲਾ, ਸੋ ਨਿਆਰੀ ਕਰ ਧਰੀਏ। ਕਿ ਹੁਣ ਇਹਨਾਂ ਮੀਣਿਆਂ ਨੇ, ਮੀਣਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮੂੰਹ ਤੋਂ ਕੁਝ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਹੋਵੇ, ਜਿਹੜਾ ਮੂੰਹ ਤੋਂ ਮਿੱਠੀਆਂ ਬਾਤਾਂ ਕਰੇ ਤੇ ਅੰਦਰੋਂ ਜੜ੍ਹਾਂ ਵੱਢਣ ਦੀਆਂ ਬਾਤਾਂ ਕਰੇ। ਹੁਣ ਪ੍ਰਿਥੀ ਚੰਦ ਮੀਣਿਆਂ ਵਾਲਾ ਕੰਮ ਕਰ ਰਿਹਾ ਹੈ। ਪ੍ਰਿਥੀ ਚੰਦ ਨੇ ਪਹਿਲਾਂ ਆਪ ਗੁਰੂ ਬਣ ਕੇ ਬੈਠ ਕੇ ਵੇਖਿਆ, ਗੱਲ ਨਾ ਬਣੀ। ਫਿਰ ਸੱਤੇ ਤੇ ਬਲਵੰਡ ਨੂੰ, ਗੁਰੂ ਘਰ ਦੇ ਕੀਰਤਨੀਆਂ ਨੂੰ
ਇਹਨੇ ਲਾਲਚ ਦੇ ਕੇ ਆਪਣੇ ਕੋਲ ਲੈ ਕੇ ਆਉਣਾ ਕੀਤਾ, ਤਾਂ ਵੀ ਗੱਲ ਸਿਰੇ ਨਾ ਚੜੀ। ਅਖੀਰ ਪ੍ਰਿਥੀ ਚੰਦ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਬਰਾਬਰ ਤੇ ਆਪਣੇ ਪਿੰਡ ਹੇਹਰ ਦੇ ਅੰਦਰ ਹਰਮੰਦਰ ਸਾਹਿਬ ਵਰਗਾ ਹਰਮੰਦਰ ਸਾਹਿਬ ਹੀ ਬਣਾ ਕੇ ਵੇਖਿਆ, ਪਰ ਉੱਥੇ ਵੀ ਸੰਗਤ ਗੁੰਮਰਾਹ ਨਾ ਹੋਈ। ਨਾ ਪ੍ਰਿਥੀ ਚੰਦ ਦੇ ਕੋਲ ਗਈ ਤੇ ਨਾ ਉਹਦੇ ਖਰਚੇ ਤੁਰ ਸਕੇ। ਅਖੀਰ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਪ੍ਰਿਥੀ ਚੰਦ ਨੇ ਵੇਖਿਆ ਕਿ ਅਜੇ ਵੀ ਸੰਗਤਾਂ ਦਾ ਹੜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਾ ਰਿਹਾ ਹੈ, ਤੇ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੇ ਯਤਨ ਵੀ ਕੀਤੇ। ਇੱਥੋਂ ਤੱਕ ਨੀਵੀਆਂ ਹਰਕਤਾਂ ਤੇ ਪਹੁੰਚ ਗਿਆ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸੇ ਕਰਕੇ ਭਾਈ ਗੁਰਦਾਸ ਨੂੰ ਕਿਹਾ ਕਿ ਹੁਣ ਆਪਾਂ ਕੱਚੀ ਬਾਣੀ ਤੇ ਸੱਚੀ ਬਾਣੀ ਨੂੰ ਵੱਖਰਾ ਕਰਦੇ ਨੇ, ਤੇ ਆਉਣ ਵਾਲੇ ਸਮੇਂ 'ਚ ਸੰਗਤਾਂ ਬੜਾ ਭੁਲੇਖਾ ਖਾਇਆ ਕਰਨਗੀਆਂ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਦਾ ਅਸਥਾਨ ਚੁਣਿਆ। ਇੱਥੇ ਰੁੱਖਾਂ ਦਾ ਇੱਕ ਝੁੰਡ ਹੁੰਦਾ ਸੀ, ਔਰ ਸਾਧ ਸੰਗਤ ਲਿਖਤ ਕਰਨ ਵਕਤ ਬੜਾ ਕੁਝ ਚਾਹੀਦਾ, ਸ਼ਾਂਤਮਈ ਮਾਹੌਲ ਚਾਹੀਦਾ ਸੀ। ਔਰ ਲਿਖਤ ਕਰਨ ਦੇ ਵਕਤ ਗੁਰਬਾਣੀ ਦਾ ਸੰਗ੍ਰਹਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚ ਗਿਆ ਸੀ। ਜਿਹੜੀਆਂ ਪੋਥੀਆਂ ਆਸੇ-ਪਾਸੇ ਪਈਆਂ ਸਨ, ਸਤਿਗੁਰਾਂ ਨੇ ਉਹ ਵੀ ਬਾਬਾ ਮੋਹਨ ਜੀ ਹੁਣਾਂ ਦੇ ਕੋਲੋਂ ਮੰਗਵਾ ਲਈਆਂ, ਜਾਂ ਹੋਰ ਜਿਹੜੀਆਂ ਥਾਵਾਂ ਤੇ ਪਈਆਂ ਸਨ, ਸਤਿਗੁਰਾਂ ਨੇ ਉਹ ਵੀ ਬਾਣੀ ਦਾ ਸੰਗ੍ਰਹਿ ਆਪਣੇ ਕੋਲ ਮੰਗਵਾ ਲਿਆ। ਤੇ ਰਾਮਸਰ ਦੇ ਅਸਥਾਨ ਤੇ ਇੱਕ ਵੱਖਰਾ ਤੰਬੂ ਲਗਾ ਕੇ ਸਤਿਗੁਰਾਂ ਨੇ ਇੱਥੇ ਅੰਮ੍ਰਿਤਮਈ ਗੁਰਬਾਣੀ ਦਾ ਸੰਗ੍ਰਹਿ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾਂ ਆਪਣੀ ਕਲਮ ਦੇ ਨਾਲ ਲਿਖਿਆ। ਉਪਰੰਤ ਇਹ ਕਲਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਦੇ ਹੱਥ ਵਿੱਚ ਪਕੜਾ ਦਿੱਤੀ। ਭਾਈ ਬੰਨੋ ਦੀ ਡਿਊਟੀ ਲਗਾਈ ਕਿ ਤੁਸੀਂ ਫਟਾਫਟ ਸਿਆਹੀ ਤੇ ਕਲਮਾਂ ਤਿਆਰ ਕਰਕੇ ਸਾਡੇ ਕੋਲ ਦੇਣਾ ਕਰੋ, ਕਿਉਂਕਿ ਉਹ ਜਿਹੜੀ ਸਿਆਹੀ ਸੀ, ਸਾਧ ਸੰਗਤ, ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਜ਼ਿਕਰ ਕਰਦੇ ਨੇ, ਉਹ ਸਿਆਹੀ ਕੋਈ ਆਮ ਸਿਆਹੀ ਨਹੀਂ ਸੀ। ਉਹ ਸਿਆਹੀ ਨੂੰ ਤਿਆਰ ਕਰਦਿਆਂ ਵੀ 20-25 ਦਿਨ ਦਾ ਸਮਾਂ ਲੱਗ ਜਾਂਦਾ ਸੀ, ਜਿਹਦੇ ਵਿੱਚ ਕਿੱਕਰ ਦੀ ਗੂੰਦ ਪਾ ਦੇਣੀ, ਹੋਰ ਕਈ ਐਸੇ ਪਦਾਰਥ ਪਾ ਕੇ ਉਹ ਸਿਆਹੀ ਨੂੰ 20-25 ਦਿਨਾਂ ਦੇ ਅੰਦਰ ਤਿਆਰ ਕੀਤਾ ਜਾਂਦਾ ਸੀ। ਇੱਦਾਂ ਭਾਈ ਬੰਨੋ ਜੀ ਸਿਆਹੀ ਤਿਆਰ ਕਰਦੇ ਨੇ। ਉਹ ਸਿਆਹੀ ਵਰਤਣ ਦਾ ਇੱਕ ਤਰੀਕਾ ਵੀ ਇਹ ਸੀ, ਸਾਧ ਸੰਗਤ, ਤਾਂ ਕਿ ਉਹ ਕਾਗਜ਼ ਦੇ ਉੱਤੇ ਸਿਆਹੀ ਫੈਲ ਨਾ ਸਕੇ, ਬੜੀ ਆਸਾਨੀ ਦੇ ਨਾਲ ਅੱਖਰ ਪੜ੍ਹੇ ਜਾ ਸਕਣ। ਉਹਨਾਂ ਸਮਿਆਂ ਦੇ ਅੰਦਰ ਦੋ ਥਾਵਾਂ ਤੇ ਵਧੀਆ ਕਾਗਜ਼ ਛਪਦਾ ਸੀ, ਜਾਂ ਸਿਆਲਕੋਟ ਤੇ ਜਾਂ ਕਸ਼ਮੀਰ ਦੀ ਧਰਤੀ ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਸ਼ਮੀਰ ਦੀ ਧਰਤੀ ਤੋਂ ਸਰੂਪ ਤਿਆਰ ਕਰਨ ਵਾਸਤੇ ਵਧੀਆ ਕਿਸਮ ਦਾ ਕਾਗਜ਼ ਮੰਗਵਾਉਣਾ ਕੀਤਾ। ਲਿਖਤ ਸ਼ੁਰੂ ਹੋ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭੱਟ ਸਾਹਿਬਾਨ ਵੀ ਪਹੁੰਚੇ ਨੇ। ਉਹਨਾਂ ਵੀ ਆਪਣੀ ਅੰਮ੍ਰਿਤਮਈ ਬਾਣੀ ਉਚਾਰਨ ਕਰਕੇ ਲਿਖਵਾਉਣਾ ਕੀਤੀ। ਔਰ ਬਾਕੀ ਦੀ ਗੁਰਬਾਣੀ ਦਾ ਸੰਗ੍ਰਹਿ 3 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਦਰਜ ਹੈ। ਇੱਕ ਸੱਤਾ ਤੇ ਬਲਵੰਡ ਜੀ, ਇਹ 2 ਗੁਰੂ ਕੇ ਸਿੱਖ ਨੇ। ਤੀਸਰੇ ਬਾਬਾ ਸੁੰਦਰ ਜੀ। ਚੌਥਾ ਜਿਹੜਾ ਸਾਡੇ ਮਨ 'ਚ ਭੁਲੇਖਾ ਪਾਇਆ ਜਾਂਦਾ ਭਾਈ ਮਰਦਾਨਾ ਜੀ ਦੇ ਪ੍ਰਤੀ। ਗੁਰੂ ਨਾਨਕ ਸਾਹਿਬ ਨੇ 3 ਸ਼ਬਦ ਭਾਈ ਮਰਦਾਨਾ ਜੀ ਦੇ ਪ੍ਰਤੀ ਉਚਾਰਨ ਕੀਤੇ ਨੇ, ਔਰ ਬਕਾਇਦਾ ਤੌਰ ਤੇ, ਕਿਉਂਕਿ ਨਾਨਕ ਦੀ ਛਾਪ ਲਾਉਣ ਦਾ, ਨਾਨਕ ਸ਼ਬਦ ਲਿਖਣ ਦਾ ਅਧਿਕਾਰ ਕੇਵਲ ਤੇ ਕੇਵਲ ਗੁਰੂ ਸਾਹਿਬਾਨਾਂ ਨੂੰ ਸੀ। ਜਿੱਥੇ ਭਗਤਾਂ ਦੀ ਬਾਣੀ ਆਈ ਉੱਥੇ ਭਗਤਾਂ ਦੇ ਨਾਮ, ਜਿੱਥੇ ਭੱਟਾਂ ਦੀ ਬਾਣੀ ਆਈ ਉੱਥੇ ਭੱਟਾਂ ਦੇ ਅਖੀਰ ਤੇ ਨਾਮ, ਜਿੱਥੇ ਸਿੱਖਾਂ ਦੀ ਬਾਣੀ ਆਈ ਉੱਥੇ ਸਿੱਖਾਂ ਦੇ ਨਾਮ। ਤੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਪ੍ਰਥਾਏ ਬਾਣੀ ਉਚਾਰਨ ਕੀਤੀ, ਬਕਾਇਦਾ ਤੌਰ ਤੇ ਆਪਾਂ ਉਹਦੇ ਅੱਗੇ ਏਕਾ ਸ਼ਬਦ ਲਿਖਿਆ ਪੜ੍ਹਦੇ ਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਉਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਭਾਈ ਮਰਦਾਨਾ ਜੀ ਦੇ ਪ੍ਰਥਾਏ ਉਚਾਰਨ ਕੀਤੇ। ਇੰਜ ਕਹਿ ਦਈਏ 3 ਗੁਰਸਿੱਖਾਂ ਦੀ ਬਾਣੀ ਵੀ ਸਤਿਗੁਰਾਂ ਦੇ ਕੋਲ ਪਹੁੰਚੀ। ਬਾਬਾ ਸੁੰਦਰ ਜੀ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਲੱਗਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਵੇਲੇ, ਅੰਤਮ ਵੇਲੇ ਦੀ ਜਿਹੜੀ ਮਰਜ਼ਾਦਾ ਨੂੰ ਬੰਨਿਆ, ਉਹਦੇ ਵਿੱਚ ਬਕਾਇਦਾ ਤੌਰ ਤੇ ਬਾਬਾ ਸੁੰਦਰ ਜੀ ਨੇ ਉਹਨਾਂ ਸ਼ਬਦਾਂ ਨੂੰ ਦਰਜ ਕੀਤਾ। ਧੰਨ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ ਬਾਬਾ ਮੋਹਰੀ ਜੀ ਤੇ ਮੋਹਨ ਜੀ। ਮੋਹਰੀ ਜੀ ਦੇ ਪੁੱਤਰ ਹੋਏ ਬਾਬਾ ਆਨੰਦ ਜੀ। ਬਾਬਾ ਆਨੰਦ ਜੀ ਦੇ ਪੁੱਤਰ ਹੋਏ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਰਾਮਕਲੀ ਸਾਧ ਉਚਾਰਨ ਕੀਤੀ। ਇਹ ਬਾਣੀ ਦਾ ਸੰਗ੍ਰਹਿ ਵੀ ਧੰਨ ਗੁਰੂ ਅਰਜਨ ਦੇਵ ਜੀ ਆਪ ਲੈ ਕੇ ਆਏ। ਖੈਰ, ਧੰਨ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਦੇ ਸਥਾਨ ਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਲਿਖ ਰਹੇ ਸਨ,
4 ਭਗਤ ਲਾਹੌਰ ਤੋਂ ਚੱਲ ਕੇ ਆਏ। ਇਹ ਸੁਣ ਕੇ ਕਿ ਧੰਨ ਗੁਰੂ ਅਰਜਨ ਦੇਵ ਜੀ ਬਾਣੀ ਦਾ ਜਹਾਜ਼ ਤਿਆਰ ਕਰ ਰਹੇ ਨੇ ਤੇ ਸਾਡਾ ਵੀ ਰਹਿੰਦੀ ਦੁਨੀਆ ਤੱਕ ਨਾਮ ਰਹਿ ਜਾਵੇਗਾ। ਜਦੋਂ ਉਹਨਾਂ 4 ਭਗਤਾਂ ਨੇ ਆ ਕੇ ਭਗਤ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਵੈਸੇ ਸਾਧ ਸੰਗਤ ਭਗਤ ਦੇ ਅਰਥ ਕੀਤੇ ਜਾਂਦੇ ਨੇ ਭੱਬੇ ਤੋਂ ਭਾਵ ਭਗਤੀ ਕਰਨ ਵਾਲਾ, ਗੱਗੇ ਤੋਂ ਭਾਵ ਗਿਆਨਵਾਨ ਤੇ ਤੱਤੇ ਤੋਂ ਭਾਵ ਤਿਆਗੀ, ਜਿਹਦੇ ਵਿੱਚ ਇਹ 3 ਗੁਣ ਮਿਲਦੇ ਹੋਣ ਉਸੇ ਨੂੰ ਭਗਤ ਕਿਹਾ ਜਾਂਦਾ। ਪਰ ਇਹ ਬਨਾਵਟੀ ਭਗਤ ਨੇ। ਇਹਨਾਂ ਦੇ ਵਿੱਚ ਕਾਨਾ ਬੜਾ ਗੁੱਸੇਖੋਰ ਹੈ। ਗੁਰੂ ਸਾਹਿਬ ਜੀ ਦੇ ਕੋਲ ਆ ਕੇ ਉਹਨੇ ਬਾਣੀ ਉਚਾਰਨ ਕੀਤੀ, ਮੈਂ ਉਹੀ ਰੇ ਮੈਂ ਉਹੀ ਰੇ, ਜਾਕੂ ਵੇਦ ਪੁਰਾਣ ਜਸ ਗਾਵੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਬਾਣੀ ਤੁਹਾਡੀ ਤਾਂ ਦਰਜ ਕਰਾਂਗੇ ਜੇ ਤੁਹਾਡੀ ਵਿਚਾਰਧਾਰਾ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਵੇਗੀ। ਜਦੋਂ ਇਹਦੀ ਬਾਣੀ ਵਿੱਚ ਹੰਕਾਰ ਦੇ ਸ਼ਬਦ ਵੇਖੇ, ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਕਾਨਾ ਜੀ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ, ਜੇ ਮੇਰੀ ਬਾਣੀ ਦਰਜ ਨਹੀਂ ਕਰਨੀ ਤੇ ਗ੍ਰੰਥ ਮੈਂ ਵੀ ਤੁਹਾਡਾ ਤਿਆਰ ਨਹੀਂ ਹੋਣ ਦਿਆਂਗਾ। ਸਤਿਗੁਰੂ ਕਹਿੰਦੇ ਕੀ ਕਰੋਗੇ? ਕਹਿੰਦਾ ਲਾਹੌਰ ਜਾ ਕੇ ਅਕਬਰ ਨਾਲ ਗੱਲ ਕਰਾਂਗਾ, ਤੁਹਾਡਾ ਗ੍ਰੰਥ ਇੱਥੇ ਦਾ ਇੱਥੇ ਰੁਕਵਾ ਦਿਆਂਗਾ। ਸਤਿਗੁਰਾਂ ਨੇ ਬਚਨ ਕਹੇ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਸ਼ਬਦ ਆਉਂਦੇ ਨੇ ਕਿ ਮਤ ਜਾਪੈ ਸਹ ਆਵੈ ਕਿ ਨਾ ਆਵੈ, ਰਾਮ ਮੌਤ ਇੰਨੀ ਨੇੜੇ, ਤੂੰ ਲਾਹੌਰ ਪਹੁੰਚਣ ਦੀਆਂ ਬਾਤਾਂ ਕਹਿੰਦਾ। ਵਾਕਈ ਇਹ ਕਾਨਾ ਲਾਹੌਰ ਨਹੀਂ ਸੀ ਪਹੁੰਚ ਸਕਿਆ। ਰਸਤੇ ਵਿੱਚ ਹੀ ਜਾ ਰਿਹਾ ਸੀ ਤੇ ਮੀਂਹ ਹਨੇਰੀ ਝੱਖੜ ਆਇਆ, ਰੱਥ ਪਲਟਿਆ, ਉਹਦੇ ਪਹੀਏ ਥਾਂ ਆ ਕੇ ਇਹਦੇ ਸਿਰ ਦਾ ਮਿੱਝ ਨਿਕਲ ਗਿਆ। ਜਿਹੜਾ ਕਹਿ ਰਿਹਾ ਸੀ ਮੈਂ ਗੁਰਬਾਣੀ ਰੁਕਵਾ ਦਿਆਂਗਾ। ਦੂਜਾ ਸੀ ਲਾਗੇ ਪੀਲੂ ਜੀ, ਉਹਨੂੰ ਪੁੱਛਿਆ, ਉਹ ਕਹਿੰਦਾ ਕਾਗਦ ਅਸਲ ਵਿੱਚ ਕਾਗਦ ਸੰਧੀ ਪੁੱਤਰੀ ਤਉ ਨਾ ਤਰੀਆ ਨਿਹਾਰ, ਇਉਂ ਮਾਰ ਲੈ ਜਾਏਗੀ ਜਿਉਂ ਬਲੋਚਨ ਕੀ ਧਾੜ। ਲਾਗੇ ਛੱਜੂ ਜੀ ਖੜੇ ਨੇ, ਉਹਨਾਂ ਨੂੰ ਪੁੱਛਿਆ, ਉਹ ਵੀ ਕਹਿਣ ਲੱਗ ਪਏ ਕਿ ਜੇ ਕਿਧਰੇ ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤੇ ਉਹਦੇ ਵੱਲ ਨਹੀਂ ਵੇਖਣਾ ਚਾਹੀਦਾ। ਪੁੱਛਿਆ ਕਿਉਂ? ਭਗਤ ਛੱਜੂ ਜੀ ਨੂੰ ਪੁੱਛਿਆ ਕਿ ਤੁਸੀਂ ਇਹ ਬਚਨ ਕਿਉਂ ਕਹਿ ਰਹੇ ਹੋ? ਉਹ ਕਹਿਣ ਲੱਗੇ ਇਸਤਰੀ ਵੱਲ ਦੇਖ ਕੇ ਮਨੁੱਖ ਦੇ ਮਨ ਵਿੱਚ ਵਾਸ਼ਨਾਵਾਂ ਪੈਦਾ ਹੁੰਦੀਆਂ ਨੇ। ਸਤਿਗੁਰੂ ਕਹਿੰਦੇ ਬਾਣੀ ਛੱਜੂ ਜੀ ਤੁਹਾਡੀ ਵੀ ਦਰਜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਸਤਰੀ ਬੜੀ ਮਾੜੀ ਹੁੰਦੀ ਹੈ। ਜਿਹੜਾ ਤੁਹਾਡੀ ਬਾਣੀ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੇਗਾ ਉਹ ਇਸਤਰੀ ਜਾਤੀ ਨਾਲ ਨਫ਼ਰਤ ਕਰੇਗਾ। ਪਰ ਗੁਰੂ ਨਾਨਕ ਦੀ ਬਾਣੀ ਤਾਂ ਕਹਿ ਰਹੀ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਜਾਂ ਭੰਡ ਜੰਮੀ ਹੈ ਭੰਡ ਨਿੰਮੀ ਹੈ ਪੰਡ ਮੰਗਣ ਵਿਆਹ। ਖੈਰ ਸਾਧ ਸੰਗਤ, ਇੱਦਾਂ ਇਹ ਚਾਰੇ ਭਗਤ ਪੀਲੂ ਜੀ ਨੇ ਸੁਣਾਇਆ, ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ, ਚਿੱਕੜ ਪੈਰ ਨਾ ਬਹੋੜਿਓ ਨਾ ਅਲੂਦ ਪਏ। ਗੁਰੂ ਸਾਹਿਬ ਜੀ ਨੇ ਉਹਦੀ ਬਾਣੀ ਵੀ ਸੁਣੀ, ਸਿਧਾਂਤ ਮੁਤਾਬਕ ਠੀਕ ਨਾ ਬੈਠੀ। ਸਤਿਗੁਰੂ ਕਹਿ ਰਹੇ ਤੇਰੀ ਬਾਣੀ ਵੀ ਦਰਜ ਨਹੀਂ ਕੀਤੀ ਜਾ ਸਕਦੀ। ਸ਼ਾਹ ਹੁਸੈਨ ਨੇ ਬਾਣੀ ਸੁਣਾਈ, ਚੁੱਪ ਵੇ ਅੜਿਆ ਚੁੱਪ ਵੇ ਅੜਿਆ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਤੇਰੀ ਵਿਚਾਰਧਾਰਾ ਵੀ ਗੁਰੂ ਨਾਨਕ ਨਾਲ ਨਹੀਂ ਮਿਲਦੀ, ਕਿਉਂਕਿ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਤੂੰ ਕਹਿ ਰਿਹਾ ਚੁੱਪ ਕਰਕੇ ਬਹਿਣਾ ਚਾਹੀਦਾ। ਇੱਥੇ ਤੇ ਕਿਹਾ ਜਾਂਦਾ ਸੰਤ ਮਿਲੈ ਕਿ ਸੁਣੀਆ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਖੈਰ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ 2218 ਸ਼ਬਦ ਹੋਰ 30 ਰਾਗਾਂ ਦੇ ਵਿੱਚ ਉਚਾਰਨ ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ 30 ਰਾਗਾਂ 'ਚ ਬਾਣੀ ਉਚਾਰਨ ਕੀਤੀ। ਸਮੁੱਚੀ ਬਾਣੀ ਦਾ ਸੰਗ੍ਰਹਿ ਜਦੋਂ ਤਿਆਰ ਹੋ ਗਿਆ, ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਦਾ ਭਾਈ ਬੰਨੋ ਨੂੰ ਕਹਿ ਕੇ 12 ਲਿਖਵਾਰੀ ਲਾ ਕੇ ਇੱਕ ਹੋਰ ਉਤਾਰਾ ਕਰਵਾਇਆ, ਤਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਜਾਵੇਗਾ, ਫਿਰ ਇਹਦਾ ਉਤਾਰਾ ਕਰਨਾ ਔਖਾ ਹੋ ਜਾਣਾ। 974 ਸ਼ਬਦ ਸਨ ਗੁਰੂ ਨਾਨਕ ਸਾਹਿਬ ਦੇ, ਤੇ ਧੰਨ ਗੁਰੂ ਅਰਜਨ ਦੇਵ ਜੀ ਨੇ 974 ਅੰਗ ਦਾ ਇਹ ਪਹਿਲਾ ਗ੍ਰੰਥ ਜਿਹੜਾ ਸੀ ਉਹ ਤਿਆਰ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਪਹਿਲਾ ਗ੍ਰੰਥ ਤਿਆਰ ਕੀਤਾ, ਉਹਦਾ ਜਿਹੜਾ ਉਤਾਰਾ ਕਰਾਇਆ, ਜਦੋਂ ਦੋਨਾਂ ਗ੍ਰੰਥਾਂ ਦੀ ਜਿਲਦ ਬਣਾਉਣ ਦੀ ਸੇਵਾ ਭਾਈ ਬੰਨੋ ਨੂੰ ਸੌਂਪੀ, ਉਹਨਾਂ ਨੇ ਇੱਕ ਬੀੜ ਦੇ ਅੰਦਰ ਜਿਹੜਾ ਉਤਾਰਾ ਕੀਤਾ, ਉਹਦੇ 'ਚ 2 ਅੱਖਰ ਆਪਣੇ ਵੱਲੋਂ ਵਾਧੂ ਪਾ ਦਿੱਤੇ। ਸਤਿਗੁਰਾਂ ਨੇ ਕਹਿ ਦਿੱਤਾ ਤੂੰ ਬੀੜ ਦੇ ਅੰਦਰ ਖਾਰ ਪਾ ਦਿੱਤੀ ਹੈ, ਇਸ ਗ੍ਰੰਥ ਦਾ ਸੰਗਤ ਵਿੱਚ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇੱਕ ਬੀੜ ਹੈ ਸਾਧ ਸੰਗਤ ਭਾਈ ਬੰਨੋ ਵਾਲੀ ਬੀੜ, ਤੇ ਜਿਹੜੀ ਬੀੜ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ, ਉਸ ਬੀੜ ਨੂੰ ਕਿਹਾ ਜਾਂਦਾ ਕਰਤਾਰਪੁਰ ਵਾਲੀ ਬੀੜ। ਜਦੋਂ ਇਹ ਬੀੜ ਤਿਆਰ ਹੋ ਗਈ ਨਗਰ ਕੀਰਤਨ ਦੇ ਰੂਪ ਦੇ ਵਿੱਚ, ਅੱਜ ਦੇ ਦਿਨ ਤੇ ਸਤਿਗੁਰੂ ਪਾਤਸ਼ਾਹ ਬੜੇ ਪਿਆਰ ਤੇ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਸ੍ਰੀ ਦਰਬਾਰ ਸਾਹਿਬ ਵਿਖੇ ਲੈ ਕੇ ਆਏ।
ਜਦੋਂ ਪ੍ਰਕਾਸ਼ ਕਰਨ ਲੱਗੇ ਉਦੋਂ ਪਹਿਲਾਂ ਸਤਿਗੁਰੂ ਸਾਰੀ ਰਾਤ ਸੋਚਦੇ ਰਹੇ, ਇਹ ਗੁਰੂ ਕੇ ਵਜ਼ੀਰ ਦੀ ਜ਼ਿੰਮੇਵਾਰੀ ਵਾਲੀ ਪਦਵੀ ਕਿਹਨਾਂ ਨੂੰ ਸੌਂਪੀਏ। ਧਿਆਨ ਆਇਆ ਬਾਬਾ ਬੁੱਢਾ ਸਾਹਿਬ ਜੀ ਵੱਲ। ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ, ਅਬ ਬਾਬਾ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼, ਸੁਣੈ ਸਭ ਪੰਥ। ਬੁੱਢਾ ਸਾਹਿਬ ਮੁਖ ਤੇ ਬੋਲਾ, ਲੈ ਆਵਾਜ਼ਾ ਗ੍ਰੰਥ ਕੋ ਖੋਲਾ। ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਖੈਰ ਸਾਧ ਸੰਗਤ, 974 ਅੰਗ ਦਾ 30 ਰਾਗਾਂ ਦੇ ਵਿੱਚ 34 ਮਹਾਂਪੁਰਸ਼ਾਂ ਦੀ ਅੰਮ੍ਰਿਤਮਈ ਬਾਣੀ ਉਚਾਰਨ ਕਰਕੇ ਸਤਿਗੁਰਾਂ ਨੇ ਇਹ ਸਾਰੀ ਬਾਣੀ ਦਾ ਸੰਗ੍ਰਹਿ ਇਕੱਠਾ ਕਰਕੇ ਜਿਹੜਾ ਪਹਿਲਾ ਗ੍ਰੰਥ ਤਿਆਰ ਕੀਤਾ ਸੀ, ਉਹਦਾ ਪਹਿਲੀ ਵਾਰੀ ਅੱਜ ਦੇ ਦਿਨ ਤੇ 1604 ਈਸਵੀ ਨੂੰ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਗਿਆ। ਔਰ ਜਦੋਂ ਰਾਤ ਨੂੰ ਵਕਤ ਆਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦਿਨ ਵੇਲੇ ਅਗਲੇ ਪਾਸੇ ਵੱਡੀ ਪੋਥੀ ਹੈ, ਆਪ ਪਿਛਾਂਹ ਹੋ ਕੇ ਪਿੱਛੇ ਹੋ ਕੇ ਬੈਠਣ ਲੱਗ ਪਏ। ਸੰਗਤ ਨੇ ਕਿਹਾ, ਦਾਤਾ ਅੱਜ ਦਰਬਾਰ ਸਾਹਿਬ ਆਏ ਤੇ ਤੁਹਾਡੇ ਦਰਸ਼ਨ ਬਾਅਦ ਵਿੱਚ ਹੋਏ, ਆ ਪੋਥੀ ਜੀ ਦੇ ਦਰਸ਼ਨ ਪਹਿਲਾਂ ਹੋ ਗਏ। ਸਤਿਗੁਰੂ ਕਹਿੰਦੇ, ਸੰਗਤ ਜੀ ਤੁਹਾਨੂੰ ਪਤਾ ਹੈ ਪੋਥੀ ਕੀ ਹੈ? ਸੰਗਤ ਕਹਿਣ ਲੱਗੀ, ਨਹੀਂ ਦਾਤਾ, ਪਹਿਲਾਂ ਇੱਕ ਛੋਟੀ ਪੋਥੀ ਸੀ, ਹੁਣ ਵੱਡੀ ਹੋ ਗਈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੇ, ਸਾਧ ਸੰਗਤ ਇਹ ਕੱਲੀ ਪੋਥੀ ਨਹੀਂ, ਇਹ ਪੋਥੀ ਪਰਮੇਸ਼ਰ ਕਾ ਥਾਨ, ਇਹ ਰੱਬ ਦਾ ਘਰ ਹੈ, ਇਹ ਰੱਬ ਦਾ ਟਿਕਾਣਾ ਹੈ। ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਸਤਿਗੁਰੂ ਕਹਿੰਦੇ, ਮੈਂ ਆਪ ਪਿਛਾਂਹ ਹੋ ਕੇ ਤਾਂ ਬੈਠਿਆ ਤਾਂ ਕਿ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਪਹਿਲਾਂ ਰੱਬ ਜੀ ਦੇ ਦਰਸ਼ਨ ਹੋਣ ਤੇ ਫਿਰ ਮੇਰੇ ਦੀਦਾਰ ਹੋਣ। ਇਹਦਾ ਰੱਬ ਜੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਤਿਕਾਰ ਦਿੱਤਾ। ਸਤਿਗੁਰੂ ਆਪ ਪਿਛਾਂਹ ਹੋ ਕੇ ਬੈਠਣ ਲੱਗ ਪਏ। ਜਿਹੜਾ ਚੌਰ ਸਤਿਗੁਰਾਂ ਤੋਂ ਝੁੱਲਦਾ ਸੀ, ਉਹ ਅੱਜ ਗੁਰੂ ਗ੍ਰੰਥ ਸਾਹਿਬ ਤੋਂ ਝੁੱਲਣ ਲੱਗ ਪਿਆ। ਖੈਰ ਸਾਧ ਸੰਗਤ, ਵਿਰੋਧੀਆਂ ਨੇ ਫਿਰ ਵੀ ਜਾ ਕੇ ਅਕਬਰ ਦੇ ਕੋਲ ਸ਼ਿਕਾਇਤ ਲਾਈ। ਬਕਾਇਦਾ ਤੌਰ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਸਰੂਪ ਬਟਾਲੇ ਦੀ ਧਰਤੀ ਤੇ ਅਕਬਰ ਦੇ ਕੋਲ ਭੇਜਿਆ। 3 ਥਾਵਾਂ ਤੋਂ ਹੁਕਮਨਾਮੇ ਲਏ ਗਏ, ਜਿਹਦੇ ਵਿੱਚ ਉਹਦੇ ਮਨ ਦੇ ਅੰਦਰ ਇਹ ਵਹਿਮ ਪਾਇਆ ਗਿਆ ਸੀ ਕਿ ਇਸ ਗ੍ਰੰਥ ਦੇ ਅੰਦਰ ਇਸਲਾਮ ਦੀ ਬੜੀ ਤੋਹੀਨ ਕੀਤੀ ਗਈ। ਜਦੋਂ 3 ਥਾਵਾਂ ਤੋਂ ਹੁਕਮ ਲਏ ਗਏ, ਰੱਬ ਦੇ ਨਾਮ ਦੀ ਚਰਚਾ ਦਾ ਜ਼ਿਕਰ ਹੋਇਆ, ਅਕਬਰ ਨੇ ਸੀਸ ਝੁਕਾ ਕੇ ਕਿਹਾ, ਯਾ ਖੁਦਾ ਜੇ ਗ੍ਰੰਥ ਤੋਂ ਤਾਲੀਮ ਕੇ ਲਾਇਕ ਹੈ, ਇਹ ਗ੍ਰੰਥ ਤੋਂ ਸਿਫਤਾਂ ਦੇ ਲਾਇਕ ਹੈ। ਮੱਥਾ ਟੇਕਿਆ, 5 ਸਿੱਖਾਂ ਨੂੰ ਸਰੂਪਾਓ ਦੇ ਕੇ ਸਤਿਕਾਰ ਸਹਿਤ ਭੇਜਿਆ। ਅਕਬਰ ਨੇ ਕਿਸੇ ਪ੍ਰਕਾਰ ਦੀ ਪਾਬੰਦੀ ਨਾ ਲਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਨਾਲ ਜੁੜਿਆ ਹੋਇਆ ਹੈ। ਇੰਜ ਕਹਿ ਦਈਏ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਸ਼ਾਮ ਦਾ ਸਮਾਂ ਹੋਇਆ, ਸੰਗਤ ਕਹਿਣ ਲੱਗੀ, ਦਾਤਾ ਜਿਹਨੂੰ ਆਪ ਜੀ ਨੇ ਰੱਬ ਜੀ ਕਹਿ ਕੇ ਸਤਿਕਾਰ ਦਿੱਤਾ, ਰਾਤ ਨੂੰ ਸੁਖਾਸਨ ਕਿਤੇ ਕਰੀਏ? ਇਹ ਜਿਹੜਾ ਅਕਾਲ ਤਖਤ ਹੈ, ਉਹਦੇ ਅੰਦਰ ਅੱਜ ਵੀ ਜਿਹੜਾ ਸੁਖਾਸਨ ਵਾਲਾ ਕਮਰਾ ਹੈ, ਉਹਨੂੰ ਕੋਠਾ ਸਾਹਿਬ ਕਹਿ ਕੇ ਸਤਿਕਾਰਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਕਾਲ ਤਖਤ ਵਾਲੀ ਥਾਂ ਦੇ ਉੱਤੇ ਇੱਕ ਕਮਰਾ ਹੁੰਦਾ ਸੀ, ਜਿੱਥੇ ਦਿਨ ਵੇਲੇ ਆਰਾਮ ਕਰਦੇ। ਘਰ ਤੇ ਜਿਹੜਾ ਜਿੱਥੇ ਗੁਰੂ ਕਾ ਮਹਿਲ ਹੈ, ਉੱਥੇ ਹੁੰਦਾ ਸੀ। ਇੱਥੇ ਸਤਿਗੁਰੂ ਪਾਤਸ਼ਾਹ ਦਿਨ ਵੇਲੇ ਆਰਾਮ ਕਰਦੇ ਨੇ। ਕੋਠੇ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ, ਅੱਜ ਤੋਂ ਬਾਅਦ ਉਹ ਜਿਹੜਾ ਸਾਡਾ ਪਲੰਘ ਹੈ ਨਾ, ਜਿੱਥੇ ਆਪਾਂ ਆਰਾਮ ਕਰਦੇ ਹਾਂ, ਉੱਥੇ ਸੋਹਣੀ ਜੀ ਚਾਦਰ ਵਿਛਾ ਕੇ ਉੱਤੇ ਸੋਹਣਾ ਚੰਦੋਆ ਲਾ ਦਿਓ। ਅੱਜ ਤੋਂ ਬਾਅਦ ਉਸ ਪਲੰਘ ਦੇ ਉੱਤੇ ਗੁਰੂ ਸਾਹਿਬ ਜੀ ਦਾ ਸੁਖਾਸਨ ਕਰ ਦਿਆ ਕਰੋ। ਸੰਗਤ ਨੇ ਕਿਹਾ, ਦਾਤਾ ਫਿਰ ਤੁਸੀਂ ਕਿੱਥੇ ਆਰਾਮ ਕਰੋਗੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਅੱਜ ਤੋਂ ਬਾਅਦ ਸਾਡੇ ਵਾਸਤੇ ਆਸਣ ਹੇਠਾਂ ਹੀ ਲਗਾ ਦਿਆ ਕਰੋ, ਅਸੀਂ ਅੱਜ ਤੋਂ ਬਾਅਦ ਹੇਠਾਂ ਹੀ ਆਰਾਮ ਕਰ ਲਿਆ ਕਰਾਂਗੇ। ਅੱਜ ਵੀ ਸਾਧ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਠਾ ਸਾਹਿਬ ਦੇ ਦਰਸ਼ਨ ਕਰੀਏ। ਜਿਹੜਾ ਸੁਖਾਸਨ ਵਾਲਾ ਪਲੰਘ ਹੈ, ਉਹਦੇ ਹੇਠਾਂ ਵਾਲੇ ਪਾਸੇ ਇੱਕ ਚਿੱਟੀ ਚਾਦਰ ਵਿਛਾਈ ਹੁੰਦੀ ਹੈ, ਜਿਹੜੀ ਇਸ ਗੱਲ ਦਾ ਪ੍ਰਤੀਕ ਹੈ, ਗੁਰੂ ਨਾਨਕ ਦੇ ਸਿੱਖਾ, ਉਹ ਤੇਰੇ ਗੁਰੂ ਨੇ ਬਾਣੀ ਦਾ ਇੰਨਾ ਸਤਿਕਾਰ ਕੀਤਾ ਸੀ। ਔਰ ਸਾਧ ਸੰਗਤ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਸੰਗਤਾਂ ਬਾਣੀ ਪੜ੍ਹਦੀਆਂ ਚਲਾ ਗਈਆਂ। ਇੱਕਦਮ ਅੱਬੜ ਭਾਏ ਉੱਠੇ, ਗੋਡੇ ਤੇ ਸੱਟ ਲੱਗ ਗਈ। ਸੰਗਤ ਨੇ ਕਿਹਾ, ਦਾਤਾ ਇੰਨੀ ਕਾਹਲੀ ਦੀ ਕੀ ਜ਼ਰੂਰਤ ਸੀ? ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਬਚਨ ਕੇ, ਸੰਗਤ ਜੀ, ਗੁਰੂ ਨਾਨਕ ਬੋਲਦਾ ਬੋਲਦਾ ਦਰਵਾਜ਼ੇ ਤੇ ਆ ਜਾਵੇ
मैं उठ के सत्कार भी ना करा। और इत्थों तक बचन कहे शरीर भावें किसे दा होवेगा, आवाज़ तो गुरु नानक दी है ना, आवाज़ तो गुरु नानक दी है ना। अज बाणी पढ़न वाला तो भावें कोई भी होवे, शरीर किसे दा हो सकदा, आवाज़ गुरु नानक दी आउंदी है। संगत धन श्री गुरु हरराज साहिब महाराज जी ने बचन कहे, जो सिख गुरबाणी भै करै, बिन प्रजास भव सागर तरै, जिन भै अदब न बाणी धारा, जानो सो सिख नाहे हमारा। गुरु अर्जन देव जी ने बाणी के अंदर तरतीब दी, गुरु ग्रंथ साहिब की बाणी नूं जिहड़ी गुरु नानक की बाणी सी उहदे ते महला पहला लिखिया, गुरु अंगद देव जी की बाणी ते महला दूजा लिखिया। इदां तरतीब बार बार सतगुरु पातशाह ने गुरबाणी च दित्ती। और जिथे साध संगत जदों तरतीब देन लगे ना, गुरु ग्रंथ साहिब के अंग लिखण लगे तो जिहड़ा एक वाला खाना सी ना वो खाली छड़ दिता। संगत ने पुछया दाता ये क्यों, ते धन गुरु अर्जन देव महाराज जी कहंदे एक एक ओंकार वाला ही वरतिया जावेगा। अज भी गुरु ग्रंथ साहिब के दर्शन करिए, एक वाला खाना बिल्कुल खाली हुंदा है, उत्थे एक नहीं लिखिया, एक एक ओंकार वाला मनिया जाता है। गिणती उस एक तो आरंभ हुंदी है। ते साध संगत जदों आपां बाणी पढ़दे तेरा कीता जातो नाही, मैनू जोग की तोई। सतगुरु पातशाह जी ने ये रब जी नूं सत्कार दिता, मेरे रब जी मैं तो ये जोग नहीं सी, पर आपने कृपा करके प्रगट भई सब लो मैं सेवक की राखी। इस बाणी नूं समुचे संसार विच प्रगट करके आपने साड़ी इज्जत पत रख ली। गुरु नानक साहब ने बचन कहे, ये साड़ी बाणी नहीं, ये तो जैसी मैं आवे खसम की बाणी, तैसड़ा करी ज्ञान वे लालू। गुरु अर्जन देव जी कहते, तुर की बाणी आई तिन सगले चिंत मिटाई। इन्हां सत्कार दे के सतगुरां ने अमृतमय गुरबाणी नूं निवाजना किया। ऐसे गुरु को बल बल जाइए, आप मुकत मोहि तारै। ऐसे गुरु का असीं अज बड़ी शरधा सत्कार सहित पहला प्रकाश पुरब मना रहे हैं। जिस गुरु के बारे साध संगत आपां बचन पढ़ते हैं, सुनते हैं कि जिस सतगुरां दे चरनां दे नाल जुड़ के भूले मार्ग जिन्हें बताया, ऐसा गुर वड भागी पाया। ऐसे गुरु के आपां दर्शन दीदारे कर रहे हैं। लड़ीवार इतिहास की बाणी की विचार की सांझ पाउंदे हैं। एक नहीं अनेकों प्रकार दीयां भुल्लां गलतियां हो गई होणगीਆਂ। साध संगत ਅਤੇ सतगुरु पातशाह बख्शण योग हैं। साध संगत एक जरूरी बेनती गुरबाणी के सत्कार विच कह के आप संगतां तो खिमा मंग लैणी। साडे घरां दे अंदर सहज पाठ आपां वध तो वध करिए। सैंची तो आपां सहज पाठ कर सकते हैं। आरंभता गुरु ग्रंथ साहिब तो करनी है। जदों भी गुरबाणी का सहज पाठ आरंभ करना होवे, गुरु ग्रंथ साहिब तो आरंभता करके, क्योंकि हुक्मनामा सैंची तो नहीं लिया जाता। ना अमृत कीर्तन तो हुक्मनामा लेना, ना गुटके तो लेना। हुक्म पूरा गुरु दे सकता। इस करके हुक्मनामा केवल गुरु ग्रंथ साहिब तो लिया जाता है। सैंचियां तो आपां पाठ कर सकते हैं, पर साध संगत भोग भी गुरु ग्रंथ साहिब ते आके पाउणा है, ते आरंभता भी गुरु ग्रंथ साहिब तो करनी है। ये गुरबाणी के सत्कार वास्ते आप संगतां दे चरनां विच बेनती है। वीर फतेह सिंह जी और तिन्हां दी समुची टीम, समुची साध संगत, वीर हरपिंदर सिंह जी, भाई मोहन सिंह जी और भाई जगतार सिंह जी, सारियां संगतां दा समूह प्रबंधक जनां दा तਹਿ दिल तो धन्नवाद, जिन्हां ने आप रब वर्गियां संगतां दे दर्शन दीदारे करन दा ये सुभाग समा बख्शिश करके नवाजे। होईयां भुल्लां चुकां दी खिमा बख्शदे। आओ फतेह दी सांझ पाइए जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। ये सन सत्कारयोग भाई साहब भाई बलदेव सिंह जी, हैड ग्रंथी गुरुद्वारा बाबा बकाला साहिब पातशाही नौवीं, विशेष तौर पर इत्थे पहुँचे ने, जिन्हों ने करीबन 50 मिनट के समय विच संगतां नूं गुरु इतिहास नाल जोड़िया, जो कि गुरु ग्रंथ साहिब जी के पहले पावन प्रकाश दिहाड़े नूं समर्पित गुरु नानक पातशाह तो लैके गुरु अर्जन देव पातशाह तक जो बाणी का विस्तार, जो भगतां दी बाणी, भट्टां दी बाणी,
ਗੁਰੂ ਸਾਹਿਬਾਨ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਦਾ ਪੂਰਾ ਬਿਰਵਾ ਵਿਸਥਾਰ ਰੂਪ ਸੰਗਤਾਂ ਦੇ ਸਮਕਸ਼ ਰੱਖਿਆ ਹੈ। ਸਮੁੱਚੀ ਸੰਗਤ ਵੱਲੋਂ, ਸਟੇਜ ਵੱਲੋਂ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਦਾਸ ਉਮੀਦ ਕਰਦਾ ਹੈ ਕਿ ਅੱਗੇ ਵੀ ਜਦੋਂ ਆਪ ਜੀ ਨੂੰ ਯਾਦ ਕਰੀਏ ਜ਼ਰੂਰ ਦੀਦਾਰ ਕਰਨ, ਸੰਗਤਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਪਹੁੰਚਣਗੇ। ਅਸੀਂ ਉਹਨਾਂ ਦਾ ਫਿਰ ਸਟੇਜ ਵੱਲੋਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਗੁਰੂ ਕਾ ਲੰਗਰ ਚੱਲ ਰਿਹਾ ਹੈ ਲੰਗਰ ਹਾਲ ਦੇ ਵਿੱਚ। ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਲੰਗਰ ਛਕ ਬੈਠੀਆਂ ਨੇ ਵਾਪਸ ਆ ਕੇ ਸੰਗਤ ਵਿੱਚ ਸੱਜ ਜਾਣ, ਤਾਂ ਕਿ ਅਸੀਂ ਭੋਗ ਤੋਂ ਉਪਰੰਤ ਹੀ ਚਾਲੇ ਪਾਈਏ। ਹੁਣ ਸਾਡੇ ਪਾਸ ਪਹੁੰਚੇ ਨੇ ਕਵੀਸ਼ਰ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ। ਉਹਨਾਂ ਦੀ ਸੇਵਾ 'ਚ ਬੇਨਤੀ ਹੈ, ਇੱਕ ਕਵਿਤਾ ਆਪ ਜੀ ਦੇ ਸਮਕਸ਼ ਰੱਖਣਗੇ। ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਾਂਗੇ। ਵਿਸ਼ੇਸ਼ ਤੌਰ ਤੇ ਸਾਡੇ ਪਾਸ ਇੱਕ ਬਾਣੀ ਚੈਨਲ ਰਾਹੀਂ ਜਿਤਨਾ ਵੀ ਇਹ ਸਮਾਗਮ ਆਰੰਭ ਹੋਇਆ ਸੀ 7 ਵਜੇ, ਉਸ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਲਾਈਵ ਟੈਲੀਕਾਸਟ ਕਰਕੇ ਸੰਗਤਾਂ ਨੂੰ, ਦੂਰ ਦਰਾਡੀਆਂ ਬੈਠੀਆਂ ਸੰਗਤਾਂ ਫੇਸਬੁੱਕ ਰਾਹੀਂ, YouTube ਰਾਹੀਂ, TV ਮਾਧਿਅਮ ਰਾਹੀਂ ਸੰਗਤਾਂ ਘਰ ਬੈਠੀਆਂ ਇੱਥੇ ਦਾ ਸਾਰਾ ਕੀਰਤਨ, ਵਿਚਾਰਾਂ, ਭਾਈ ਸਾਹਿਬ ਜੀ ਦਾ ਜੋ ਵਿਚਾਰ ਸੀ ਉਹ ਸਾਰੀ ਸਰਵਣ ਕੀਤੀ। ਇੱਕ ਬਾਣੀ ਚੈਨਲ ਦਾ ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਜਿਸ ਤਰ੍ਹਾਂ ਵੀਰ ਜਗਤਾਰ ਸਿੰਘ ਜੀ ਨੇ ਦੱਸਿਆ ਸੀ ਕਿ ਨਿਸ਼ਕਾਮ ਸੇਵਾ ਕਰਦੇ ਨੇ, ਕੋਈ ਵੀ ਕਮਰਸ਼ੀਅਲ ਐਡ ਨਹੀਂ ਦਿੰਦੇ, ਕੇਵਲ ਤਾਂ ਕੇਵਲ ਹਰ ਵਕਤ ਬਾਣੀ ਦੀ ਵਿਚਾਰ, ਸੁਖਮਨੀ ਸਾਹਿਬ ਜੀ ਦੇ ਪਾਠ, ਸਹਿਜ ਪਾਠ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ। ਹੁਣ ਸਤਿਕਾਰਯੋਗ ਵੀਰ ਸੁਲੱਖਣ ਸਿੰਘ ਜੀ ਦੀ ਸੇਵਾ 'ਚ ਬੇਨਤੀ ਹੈ, ਉਹ ਆਪਣੀ ਕਵਿਤਾ ਸੰਗਤਾਂ ਦੇ ਸਮਕਸ਼ ਰੱਖਣਗੇ ਅਤੇ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਦੇ ਮਾਲਿਕ, ਹਲਤ ਪਲਤ ਦੇ ਰਾਖੇ, ਸਰਵਰੇ ਕਾਇਨਾਤ, ਸ਼ਬਦ ਗੁਰੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਆਪ ਮਹਾਨ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 417ਵੇਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਆਓ ਸਾਰੀਆਂ ਰਸਨਾ ਇੱਕ ਜਕਾਰੇ ਦੀ ਗੂੰਜ ਨਾਲ ਮੈਂ ਆਪਣੀ ਕਵਿਤਾ ਆਪ ਜੀ ਦੇ ਸਾਹਮਣੇ ਰੱਖਾਂ। ਆਓ ਸਾਰੀਆਂ ਸੰਗਤਾਂ ਹਾਜ਼ਰੀਆਂ ਲਗਵਾਈਏ ਜੀ। ਬੋਲੇ ਸੋ ਨਿਹਾਲ। ਆਓ ਅੱਜ ਦੇ ਵਿਸ਼ੇਸ਼ ਤੇ ਜੋ ਆਪ ਜੀ ਨੂੰ ਮੈਂ ਕਵਿਤਾ ਸਰਵਣ ਕਰਵਾ ਰਿਹਾ ਹਾਂ, ਉਸ ਤੋਂ ਪਹਿਲਾਂ ਇੱਕ ਸਾਧ ਸੰਗਤ ਜੀ ਸੀਨ ਦੇਖਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬਾਬਾ ਬੁੱਢਾ ਜੀ ਆਪਣੇ ਸੀਸ ਤੇ ਰੱਖ ਕੇ ਹਰਮੰਦਰ ਸਾਹਿਬ ਵੱਲ ਜਾ ਰਹੇ ਨੇ। ਪੰਥ ਦੇ ਮਹਾਨ ਕਥਾਵਾਚਕ ਜਦ ਵੱਡੇ ਬੁਲਾਰੇ ਬੋਲ ਜਾਣ, ਉਸ ਤੋਂ ਬਾਅਦ ਬੋਲਣਾ ਬਹੁਤ ਔਖਾ ਜਿਹਾ ਹੋ ਜਾਂਦਾ ਹੈ ਸਾਧ ਸੰਗਤ ਜੀ। ਆਓ ਤੁਸ਼ ਬੁੱਧੀ ਅਨੁਸਾਰ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ, ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀ ਹਰਮੰਦਰ ਵੱਲ ਚੱਲ ਰਹੇ ਸੀ। ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀ ਹਰਮੰਦਰ ਵੱਲ ਚੱਲ ਰਹੇ ਸੀ। ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ ਰਸਤਾ ਪਲੋ ਪਲ ਰਹੇ ਸੀ। ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ। ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਨ,
ਪੰਚਮ ਪਾਤਸ਼ਾਹ ਜੀ ਚੌਰ ਚੱਲ ਰਹੇ ਸੀ। ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਣ। ਪੰਚਮ ਪਾਤਸ਼ਾਹ ਜੀ ਚੌਰ ਪੇ ਚੱਲ ਰਹੇ ਸੀ। ਹੀਰੇ ਪੰਨੇ ਜਵਾਰਾਂ ਦੀ ਲੋੜ ਕੋਈ ਨਾ। ਸਾਧ ਸੰਗਤ ਜੀ, ਹੀਰੇ ਪੰਨੇ ਜਵਾਰਾਂ ਦੀ ਲੋੜ ਕੋਈ ਨਾ। ਜੇਕਰ ਕੋਲ ਗੁਰਬਾਣੀ ਦੀ ਕਣੀ ਹੋਵੇ, ਦੁੱਖ ਦਰਦ ਦਲਿੱਦਰ ਨੇ ਦੂਰ ਹੋਵੇ। ਆਓ ਸਾਧ ਸੰਗਤ ਜੀ, ਇੱਕ ਤਰਨਮ ਦੇ ਵਿੱਚ ਆਪ ਜੀ ਦੇ ਸਾਹਮਣੇ ਕਵਿਤਾ ਰੱਖ ਰਿਹਾ ਹਾਂ। ਆਓ ਇਹ ਕਵਿਤਾ ਸਾਰੇ ਰਲ ਕੇ ਗਾਵਾਂਗੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਭ ਕੁਝ ਤੇਰਾ, ਸਭ ਕੁਝ ਤੇਰਾ, ਤੇਰੇ ਦਰ ਤੇ ਦਾਤਿਆ ਟਿਕਦਾ ਮਨ ਮੇਰਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਭ ਕੁਝ ਤੇਰਾ, ਸਭ ਕੁਝ ਤੇਰਾ, ਤੇਰੇ ਇਸ ਦਰ ਤੇ ਆ ਕੇ ਮਨ ਟਿਕਦਾ ਮੇਰਾ। ਤੇਰੀ ਉੱਚੀ ਸ਼ਾਨ ਨਿਰਾਲੀ, ਤੇਰੀ ਉੱਚੀ ਸ਼ਾਨ ਨਿਰਾਲੀ, ਸਦਕੇ ਤੇਰੇ ਤੋਂ ਜਾਵਾਂ। ਜੋ ਕੁਝ ਮੰਗਾ ਦਰ ਤੇਰੇ ਤੋਂ ਉਹ ਕੁਝ ਪਾਵਾਂ। ਜੋ ਕੁਝ ਮੰਗਾ ਦਰ ਤੇਰੇ ਤੋਂ ਉਹ ਕੁਝ ਪਾਵਾਂ। ਇੱਥੇ ਬਰਕਤਾਂ ਵਾਲਾ, ਇੱਥੇ ਬਰਕਤਾਂ ਵਾਲਾ ਲੱਗਿਆ ਰਹਿੰਦਾ ਡੇਰਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਭ ਕੁਝ ਤੇਰਾ। ਸੂਰਜ ਚੰਦ ਸਿਤਾਰੇ, ਸੂਰਜ ਚੰਦ ਸਿਤਾਰੇ ਤੇਰੇ ਸੀਸ ਨਿਵਾਉਂਦੇ। ਅੰਬਰ ਧਰਤੀ ਜੰਗਲ ਪਰਬਤ ਮਹਿਮਾ ਗਾਉਂਦੇ। ਅੰਬਰ ਧਰਤੀ ਜੰਗਲ ਪਰਬਤ ਮਹਿਮਾ ਗਾਉਂਦੇ। ਤੇਰਾ ਨਾਮ ਤੇ ਆ ਕੇ, ਤੇਰਾ ਨਾਮ ਤੇ ਆ ਕੇ ਚੜ੍ਹਦਾ ਸੋਨ ਸਵੇਰਾ। ਤੇਰੇ ਦਰ ਤੇ ਦਾਤਿਆ ਟਿਕਦਾ ਮਨ ਮੇਰਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਬੋਲੋ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਭ ਕੁਝ ਤੇਰਾ, ਸਭ ਕੁਝ ਤੇਰਾ, ਤੇਰੇ ਦਰ ਤੇ ਦਾਤਿਆ ਟਿਕਦਾ ਮਨ ਮੇਰਾ। ਤੈਨੂੰ ਸਿਮਰ ਕੇ, ਤੈਨੂੰ ਸਿਮਰ ਕੇ ਚਿੱਟੀਆਂ ਹੋ ਜਾਣ ਕਾਲੀਆਂ ਰਾਤਾਂ। ਬਿਨ ਮੰਗਿਆ ਪੈ ਜਾਣ ਝੋਲੀਆਂ ਵਿੱਚ ਸੁਗਾਤਾਂ। ਬਿਨ ਮੰਗਿਆ ਪੈ ਜਾਣ ਝੋਲੀਆਂ ਵਿੱਚ ਸੁਗਾਤਾਂ। ਇਸੇ ਲਈ ਪਿਆ ਸਿਫਤਾਂ ਕਰਦਾ ਚਾਰ ਚੁਫੇਰਾ। ਇਸੇ ਲਈ ਪਿਆ ਸਿਫਤਾਂ ਕਰਦਾ ਚਾਰ ਚੁਫੇਰਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
सब कुछ तेरा। मैं शब्द गुरु नू साध संगत धन गुरु गोबिंद सिंह महाराज जी ने सानू एक संदेश दिता सी, सब सीखण को हुक्म है गुरु मानियो ग्रंथ। शब्द साडा गुरु है। मैं शब्द गुरु नू गुरियाई दा, मैं शब्द गुरु नू गुरियाई दा, ऐसा तिलक लगाना इस ज्योति ने फेर कदे नहीं ज्योति जोत समाना। मैं शब्द गुरु नू आखिरी बंद है साध संगत। मैं शब्द गुरु नू गुरियाई दा, ऐसा तिलक लगाना इस ज्योति ने फेर कदे नहीं ज्योति जोत समाना। जे इस दी हो जाए कृपा, जे इस दी हो जाए कृपा, फिर ना भवजल फेरा। जे इस दी हो जाए कृपा, फिर ना भवजल फेरा। तेरे दर ते दातिया टिकदा मन मेरा। धन धन गुरु ग्रंथ साहिब जी, धन धन गुरु ग्रंथ साहिब जी, ए सब कुछ तेरा, ए सब कुछ तेरा। तेरे दर ते दातिया झुकदा मन मेरा। तेरे दर ते मालिका टिकदा मन मेरा। तेरे दर ते दातिया झुकदा मन मेरा। आओ सत्संग जी, इन्नी सेवा प्रवान करनी। आप जी नू धन गुरु ग्रंथ साहब महाराज जी दे प्रकाश दिहाड़े दी लख लख वधाई होवे। आओ गज के फतेह बुलाओ जियो। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। ये सन सत्कारयोग कवि जन भाई साहब भाई सुलखन सिंह जी, जिन्हों पासों आप जी ने गुरु ग्रंथ साहब जी के समक्ष कविता सरवण की है। इन्हों का बहुत बहुत धन्यवाद किया जाता है। दीवान की हुण समाप्ति है। इन्हों का कविता का जो सरलेख सी, जिस तरह गुरु अर्जन देव पातशाह लिखते ने, गुर परमेश्वर एको जान, जो तिस पावै सो परवान। तो गुरु गोबिंद सिंह पातशाह ने फिर सिख नू आखिर विच गुरु दे लड़ लाया ते कहा सी, गुरु ग्रंथ ते गुरु पंथ। मेरी आत्मा दे दीदार करने ने तो गुरु ग्रंथ विचों करियो, मेरे शरीर दे दीदार करने ते गुरु पंथ विचों करियो। भाव गुरु ग्रंथ दे लड़ लाया सी ते कह दिता सी, आ गया भई अकाल की तवे चलायो पंथ। सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिल बोच है खोज शब्द मेले। असी इस शब्द गुरु दे सिख हाँ, शब्द गुरु नाल जुड़ना है। असी हमेशा शब्द गुरु ते भरोसा रख के गुरु परमेश्वर एको जान, गुरु ते परमात्मा दे विच कोई भेद नहीं। जो एक नाल जोड़ते ने
ਤਾਂ ਸੰਖੇਪ ਵਿੱਚ ਗੱਲ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਨੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜੁਗਾ ਜਗਾਂਤਰਾਂ ਤੁਸੀਂ ਆਦ ਤੁਸੀਂ ਅੱਜ ਵੀ ਹੈ ਤੇ ਰਹਿੰਦੀ ਦੁਨੀਆ ਤੱਕ ਵੀ ਰਹੇਗਾ। ਐਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਸਾਨੂੰ ਲਾਇਆ ਹੈ। ਆਪ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ। ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਿ ਆਪ ਜੀ ਨੇ ਬੜੇ ਟਿਕਾ ਦੇ ਨਾਲ ਸਾਰੇ ਦੀਵਾਨ ਦੇ ਵਿੱਚ ਸ਼ਮੂਲੀਅਤ ਕੀਤੀ, ਕੀਰਤਨ ਸਰਵਣ ਕੀਤੇ ਨੇ, ਵਿਚਾਰਾਂ ਸਰਵਣ ਕੀਤੀਆਂ ਨੇ। ਤੇ ਕੁਝ ਨੌਜਵਾਨ ਵੀਰ ਜਿਹੜੇ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ। ਅਤੇ ਰਾਗੀ ਸਾਹਿਬਾਨ ਦਾ, ਗ੍ਰੰਥੀ ਸਾਹਿਬਾਨ ਦਾ, ਸੇਵਾਦਾਰ ਸਾਹਿਬਾਨ ਦਾ, ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈ ਚੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਟੇਜ ਵੱਲੋਂ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਫਿਰ ਇੱਕ ਵਾਰ ਇੱਕ ਬਾਣੀ ਚੈਨਲ ਦਾ ਦਿਲ ਦੀਆਂ ਗਹਿਰਾਈ ਚੋਂ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਾਈਵ ਟੈਲੀਕਾਸਟ ਕਰਕੇ ਸੰਗਤਾਂ ਨੂੰ ਦਿਖਾਇਆ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਕਾਰਯੋਗ ਭਾਈ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਉਪਰੰਤ ਅਸੀਂ ਅਰਦਾਸੇ ਵਿੱਚ ਸ਼ਾਮਲ ਹੋ ਕੇ ਹੁਕਮਨਾਮੇ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਿੱਜੀ ਅਸਥਾਨ ਸੱਚਖੰਡ ਵਿਖੇ ਵਿਰਾਜ ਜਾਣਗੇ, ਉਸ ਤੋਂ ਬਾਅਦ ਅਸੀਂ ਚਾਲੇ ਪਾ ਕੇ ਲੰਗਰ ਛਕ ਕੇ ਸੰਗਤਾਂ ਨੂੰ ਬੇਨਤੀ ਹੈ ਕੋਈ ਵੀ ਸੰਗਤ ਲੰਗਰ ਛਕਣ ਤੋਂ ਬਗੈਰ ਜਾਣ ਦੀ ਖੇਚਲ ਨਾ ਕਰੇ। ਇਤਨੀਆਂ ਹੀ ਵਿਚਾਰਾਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਨੰਦ ਸਾਹਿਬ ਜੀ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।